ਵੀ ਜਿਹੜਾ ਉਹ 100 ਤੋਂ ਨੀਚੇ ਉਹਨਾਂ ਦੀਆਂ ਸੀਟਾਂ ਤੇ ਜਿਹੜੀ ਲੀਡ ਚੱਲ ਰਹੀ ਹੈ ਤੇ ਉਸ ਦੇ ਵਿਚਕਾਰ ਸਾਡੇ ਸਟੂਡੀਓ ਦੇ ਵਿੱਚ ਤਿੰਨ ਮਹਿਮਾਨ ਮੌਜੂਦ ਨੇ। ਬੀਜੇਪੀ ਤੋਂ ਵਰੁਣ ਜਿੰਦਲ ਜੀ, ਅਕਾਲੀ ਦਲ ਤੋਂ ਅਵਤਾਰ ਸਿੰਘ ਜੀ ਅਤੇ ਆਮ ਆਦਮੀ ਪਾਰਟੀ ਤੋਂ ਸੰਦੀਪ ਬੰਧੂ ਜੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਮੈਂ ਵਰੁਣ ਜੀ ਕੋਲ ਜਾਊਂਗਾ। ਵਰੁਣ ਜੀ, ਕਿੱਥੇ ਗਏ ਤੁਹਾਡੇ 200 ਸੀਟਾਂ ਦੇ ਦਾਅਵੇ? ਅੱਜ 100 ਤੋਂ ਵੀ ਹੁਣ ਘੱਟ ਸੀਟਾਂ ਹੋ ਗਈਆਂ, 200 ਸੀਟਾਂ ਦੇ ਦਾਅਵੇ ਕਰਦੇ ਸੀ ਤੁਸੀਂ। ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ। ਤੁਸੀਂ 200 ਸੀਟਾਂ ਦੀ ਗੱਲ ਕਰਦੇ ਹੋ। ਸਭ ਤੋਂ ਪਹਿਲਾਂ ਦੇਖੋ ਕਿ ਪਿਛਲਾ ਜਿਹੜਾ ਟਰਮ ਸੀਗੀ ਉਹਦੇ ਵਿੱਚ ਸਾਡੀ 3 ਸੀਟਾਂ ਸੀਗੀਆਂ। 3 ਸੀਟਾਂ ਤੋਂ ਹਜੇ ਇਕੱਲੇ ਰੁਝਾਨ ਜਿਹੜੇ ਹੈਗੇ ਨੇ 100 ਆਏ ਨੇ, ਪਰ ਹਜੇ ਕਰੋਨਾ ਟਾਈਮ ਦੇ ਕਾਰਨ ਜਿਹੜੇ ਰੁਝਾਨ ਨੇ ਉਹ ਬਹੁਤ ਹੀ ਸਲੋ, ਜਿਹੜੀ ਉਹਦੀ ਕਾਊਂਟਿੰਗ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਸਲੋ ਹੋ ਰਹੀ ਹੈ। ਤੇ ਉਸ ਦੇ ਨਾਲ ਸ਼ੁਰੂਆਤੀ ਜੀ 100 ਤੋਂ ਪਾਰ ਚਲਾ ਗਿਆ ਨਾ, 100 ਦਾ ਡਿਫਰੈਂਸ ਹੋ ਗਿਆ 100 ਸੀਟਾਂ ਦਾ। ਹਜੇ ਜਿਹੜੇ ਰਾਊਂਡ ਨੇ ਲਗਭਗ ਮੇਰੇ ਖਿਆਲ ਅੱਧੇ ਰਾਊਂਡ ਹੋਏ ਨੇ, ਹਜੇ ਅੱਧੇ ਰਾਊਂਡ ਪਏ ਨੇ। ਜਿਉਂ ਟਾਈਮ ਨਿਕਲੂਗਾ ਉਂ ਸਾਡੀ ਸਰਕਾਰ ਬਣੂਗੀ। ਮਤਲਬ ਹਜੇ ਵੀ ਉਮੀਦ ਹੈ ਕਿ ਸਰਕਾਰ ਬਣੂਗੀ? 100% ਉਮੀਦ ਹੈ ਜੀ ਸਾਡੀ ਸਰਕਾਰ ਬਣੂਗੀ। ਤਾਂ ਅਕਾਲੀ ਦਲ ਤੋਂ ਗੱਲ ਕਰਦੇ ਹਾਂ, ਉਹਨਾਂ ਨੂੰ ਹਜੇ ਵੀ ਉਮੀਦ ਹੈ ਕਿ ਉਹਨਾਂ ਦੀ ਸਰਕਾਰ ਬਣੂਗੀ। 100 ਤੋਂ ਵੱਧ ਦਾ ਵਿਚਕਾਰ ਡਿਫਰੈਂਸ ਹੈਗਾ। ਟੀਐਮ ਪਿੱਛੇ ਚੱਲ ਰਹੀ ਹੈ, ਬੀਜੇਪੀ ਤੇ ਟੀਐਮਸੀ ਅੱਗੇ ਜਾ ਰਹੀ ਹੈ ਤੇ ਇਹ ਕਹਿੰਦੇ ਨੇ ਹਜੇ ਵੀ ਇਹਨਾਂ ਨੂੰ ਉਮੀਦ ਆ। ਅਕਾਲੀ ਦਲ ਇਸ ਨੂੰ ਕਿਸ ਤਰ੍ਹਾਂ ਦੇ? ਪਹਿਲਾਂ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜਵਾਨ ਜੈ ਕਿਸਾਨ। ਦੇਖੋ ਜੀ, ਸੁਪਨੇ ਦੇਖਣ ਦਾ ਹੱਕ ਸਭ ਨੂੰ ਹੈ ਤੇ ਬੀਜੇਪੀ ਅਗਰ ਸੁਪਨੇ ਦੇਖਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ। ਸੁਪਨੇ ਦੇਖਦਾ ਸਭ ਨੂੰ ਹੈ। ਜਿਵੇਂ ਕਿ ਵਰੁਣ ਜੀ ਨੇ ਹੁਣ ਕਿਹਾ ਵੀ 3 ਸੀਟਾਂ ਤੋਂ ਸਾਡੀਆਂ 100 ਸੀਟਾਂ ਲਗਭਗ ਨੇੜੇ ਪਹੁੰਚ ਗਏ। ਲੇਕਿਨ ਇਹ ਵੀ ਦੇਖੋ, ਸੈਂਟਰ ਗਵਰਨਮੈਂਟ ਸਰਕਾਰ, ਮੋਦੀ ਸਰਕਾਰ ਉੱਥੇ ਉਹਨਾਂ ਨੇ ਇੰਨਾ ਉੱਥੇ ਧੱਕਾ ਕਰਕੇ, ਆਪਾਂ ਤੇ ਇਹਦੇ ਚੈਨਲ ਤਕਰੀਬਨ ਦੇਖਦੇ ਹੀ ਸਾਰਿਆਂ ਦੇ ਵੀ ਕਿਵੇਂ ਇਹਨਾਂ ਨੇ ਧੱਕਾ ਕੀਤਾ, ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ, ਤਾਂ ਜਾ ਕੇ 3 ਤੋਂ ਇਹ 100 ਤੱਕ ਪਹੁੰਚ ਰਹੇ। ਵੀ 100 ਦਾ ਵੀ ਰਿਜ਼ਲਟ ਇਹਦਾ ਕਲੀਅਰ ਹੋਇਆ ਵੀ 100 ਸੀਟਾਂ ਇਹਨਾਂ ਨੂੰ ਆ ਚੁੱਕੀਆਂ ਹਨ। ਮੈਨੂੰ ਨਹੀਂ ਲੱਗਦਾ 50 ਸੀਟਾਂ ਤੋਂ ਉੱਪਰ ਇਹਨਾਂ ਨੂੰ ਥੱਲੇ ਜਾਣਗੀਆਂ। ਬਾਕੀ ਸੁਪਨੇ ਦੇਖਣ ਦਾ ਹੱਕ ਸੁਪਨੇ ਦੇਖੀ ਜਾਣ। ਬੀਜੇਪੀ ਦਾ ਗ੍ਰਾਫ ਡਾਊਨ ਹੈ ਤੇ ਡਾਊਨ ਹੀ ਜਾਏਗਾ। ਆਮ ਆਦਮੀ ਪਾਰਟੀ ਕੋਲ ਚੱਲਾਂਗੇ। ਇਹ ਕਹਿੰਦੇ ਨੇ ਕਿ ਹਜੇ ਉਮੀਦ ਹੈ ਰੁਝਾਨ ਆਉਣਗੇ, ਅਸੀਂ ਜ਼ਰੂਰ ਜਿੱਤਾਂਗੇ। ਅਕਾਲੀ ਦਲ ਵਾਲੇ ਕਹਿੰਦੇ ਕਿ 50 ਸੀਟਾਂ ਤੋਂ ਵੱਧ ਨਹੀਂ ਇਹ ਬੀਜੇਪੀ ਉੱਥੋਂ ਬੰਗਾਲ 'ਚ ਜਾਂਦੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਔਨ 에ਅਰ ਦੇ ਸਾਰੇ ਦਰਸ਼ਕਾਂ ਨੂੰ ਨਮਸਕਾਰ, ਆਦਾਬ, ਸਲਾਮ, ਸਤਿ ਸ੍ਰੀ ਅਕਾਲ। ਦੇਖੋ, ਮੇਰੀ ਗੱਲ ਇਹ ਹੈ ਜੀ, ਮੈਂ ਵਰੁਣ ਜੀ ਦੀ ਗੱਲ ਨੂੰ ਅੱਗੇ ਵਧਾ ਰਿਹਾ ਕਿ ਵਰੁਣ ਜੀ ਕਹਿ ਰਹੇ ਕਿ ਸਾਨੂੰ ਉਮੀਦ ਹੈ ਕਿ ਹਲੇ ਰੁਝਾਨ ਆ ਰਹੇ ਹੈ। ਪਰ ਇੱਕ ਗੱਲ ਇਹ ਹੈ, ਮੈਂ ਇਹਨੂੰ ਦੂਜੇ ਪਾਸੇ ਲੈ ਕੇ ਜਾਣਾ। ਜਿਸ ਤਰ੍ਹਾਂ ਰੁਝਾਨ ਆ ਰਹੇ ਹੈ, ਬੀਜੇਪੀ ਥੱਲੇ ਨੂੰ ਆਂਦੀ ਜਾ ਰਹੀ ਹੈ। ਕਿੱਥੇ 200 ਪਲੱਸ ਕਰ ਗਈ ਟੀਐਮਸੀ, ਠੀਕ ਹੈ ਜੀ, 90 ਤੋਂ ਨੀਚੇ ਆ ਚੁੱਕੀ ਹੈ ਬੀਜੇਪੀ। ਹੈਪੀ ਜੀ ਦੀ ਗੱਲ ਤੇ ਮੋਹਰ ਲਾਵਾਂਗਾ ਕਿ ਬੀਜੇਪੀ 50 ਦੇ ਕੋਲ ਖੜੇਗੀ ਔਰ 225 ਦੇ ਕਰੀਬ ਮਮਤਾ ਬੈਨਰਜੀ ਸੀਟਾਂ ਲੈ ਕੇ ਸਰਕਾਰ ਬਣਾਏਗੀ। ਇੱਕ ਗੱਲ ਹੋਰ ਹੈ, ਇੱਥੇ ਮੈਂ ਕਹਿਣਾ ਚਾਹਾਂਗਾ, ਸਾਡੇ ਪੰਜਾਬ ਦੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ, ਜਿਹੜੀ ਉਹ ਬੰਗਾਲ ਦੇ ਵਿੱਚ ਜਾ ਕੇ ਮੋਦੀ ਦੇ ਖਿਲਾਫ ਜਿਹੜੀ ਉਹਨਾਂ ਨੇ ਉੱਥੇ ਕੰਪੇਨਿੰਗ ਕੀਤੀ ਹੈ। 3 ਖੇਤੀ ਦੇ ਮਾਰੂ ਜਿਹੜੇ ਬਿੱਲ ਹੈ, ਜਿਹੜੇ ਕਿਸਾਨ ਨੂੰ ਖਤਮ ਕਰਨ ਵਾਲੇ ਬਿੱਲ ਹੈ, ਉਹਨਾਂ ਖੇਤੀ ਬਿੱਲਾਂ ਦੀ ਉੱਤੇ ਮੋਹਰ ਲੱਗ ਰਹੀ ਹੈ ਕਿ ਇਹ ਖੇਤੀ ਦੇ ਬਿੱਲ ਕੈਂਸਲ ਹੋਣੇ ਚਾਹੀਦੇ ਆ ਦੇਸ਼ 'ਚੋਂ। ਔਰ ਮੋਦੀ ਸਾਹਿਬ ਨਾ ਤਾਂ ਅਰਵਿੰਦ ਕੇਜਰੀਵਾਲ ਲੱਗਦਾ ਕਿ ਉਹ ਖੇਤੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਸ ਦਾ ਅਸਰ ਬੰਗਾਲ ਤੇ ਬੀਜੇਪੀ ਤੇ ਪਿਆ? ਬਿਲਕੁਲ ਪਿਆ ਸਰ, ਬਿਲਕੁਲ ਪਿਆ। ਇਹ ਉਹਨਾਂ ਦਾ ਹੀ ਨਤੀਜਾ ਹੈਗਾ ਕਿ ਉਹਨਾਂ 3 ਖੇਤੀ ਬਿੱਲਾਂ ਦੀ ਮਾਰ ਪੈ ਰਹੀ ਹੈ ਬੀਜੇਪੀ ਨੂੰ। ਜਿਹੜੇ ਇਹ ਬੀਜੇਪੀ ਹਾਰ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ। ਸਾਡੇ ਕਿਸਾਨ ਵੀਰ ਇੱਥੋਂ ਗਏ ਸੀ ਵੱਡੀ ਗਿਣਤੀ ਦੇ ਵਿੱਚ, ਦਿੱਲੀ ਦੇ ਬਾਰਡਰਾਂ ਤੋਂ ਨਿਕਲ ਕੇ ਉੱਥੇ ਪ੍ਰਚਾਰ ਕਰਕੇ ਆਏ ਨੇ, ਤਾਂ ਲੋਕਾਂ ਨੇ ਬਿਲਕੁਲ ਨਕਾਰਤਾ ਉਸ ਨੂੰ। ਬੀਜੇਪੀ ਦੀ ਜਿਹੜੀ ਪਾੜੂ ਨੀਤੀ ਹੈ, ਜਿਹੜੀ ਧਰਮਾਂ ਨੂੰ ਪਾੜਨ ਦੀ ਨੀਤੀ ਹੈ, ਇੱਕ ਏਜੰਡੇ ਨੂੰ ਚਲਾਉਣ ਦੀ ਨੀਤੀ ਹੈ, ਉਹਨੂੰ ਨਕਾਰਤਾ ਦੇਸ਼ ਨੇ। ਔਰ ਕਿਸਾਨਾਂ ਦੀ ਵੀ ਜਿੱਤ ਹੈ। ਔਰ ਮੈਂ ਇੱਕ ਗੱਲ ਹੋਰ ਕਹਾਂਗਾ, ਅਰਵਿੰਦ ਕੇਜਰੀਵਾਲ ਸਾਹਿਬ ਔਰ ਮਮਤਾ ਬੈਨਰਜੀ ਤੋਂ ਪਾਰ ਨਹੀਂ ਪਾ ਸਕੇ ਮੋਦੀ ਸਾਹਿਬ। ਇਹ ਦੇਸ਼ ਦੇ 2 ਵੱਡੇ ਨੇਤਾਵਾਂ ਨੇ ਮੋਦੀ ਸਾਹਿਬ ਦਾ ਰੱਥ ਰੋਕਿਆ। ਅਰਵਿੰਦ ਕੇਜਰੀਵਾਲ ਅਤੇ ਮਮਤਾ ਬੈਨਰਜੀ ਨੇ ਮੋਦੀ ਸਾਹਿਬ ਦਾ ਰੱਥ ਰੋਕ ਦਿੱਤਾ। ਕਿੰਨਾ ਸਹੀ ਸਮਝਦੇ ਹੋ? ਇਹ ਕਹਿ ਰਹੇ ਨੇ, ਬੰਧੂ ਜੀ ਦੀ ਗੱਲ ਨੂੰ ਹੀ ਮੈਂ ਉਹ ਕਰਾਂਗਾ। ਇਹ ਕਹਿ ਰਹੇ ਨੇ ਕਿ ਰੱਥ ਰੋਕ ਦਿੱਤਾ। ਜੇ ਤੁਸੀਂ ਕਹਿੰਦੇ ਕਿਸਾਨ ਅੰਦੋਲਨ ਦਾ ਉੱਥੇ ਬਹੁਤ ਬੜਾ ਉਹ ਹੋਇਆ। ਤੁਸੀਂ ਇਹ ਦੇਖੋ, ਜੇ ਕਿਸਾਨ ਅੰਦੋਲਨ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਲਾਗੂ ਹੁੰਦਾ ਕੁਝ ਹੁੰਦਾ। ਬੀਜੇਪੀ 83 ਤੇ ਆ ਗਈ ਹੈ, ਇਸ ਦੇ ਵਿਚਕਾਰ ਹੀ ਹੋਰ ਡਾਊਨ ਆ ਗਿਆ, 91 ਤੋਂ ਵੀ ਥੱਲੇ ਗ੍ਰਾਫ ਆ ਗਿਆ। ਅਜੇ ਮੈਂ ਪਹਿਲਾਂ ਵੀ ਤੁਹਾਨੂੰ ਹੀ ਗੱਲ ਕਹੀ ਹੈ ਕਿ ਰੁਝਾਨ ਚੱਲ ਰਹੇ ਨੇ। ਇਹਦੇ ਨਾਲ ਤੁਸੀਂ ਦੇਖੋ, ਇਹ ਬਹੁਤ ਹੀ ਜਿਹੜੀਆਂ ਲਗਭਗ 50 ਸੀਟਾਂ ਜਿਹੜੀਆਂ ਹੈਗੀਆਂ ਉਹ 1000 ਦੇ ਡਿਫਰੈਂਸ ਦੇ ਨਾਲ ਚੱਲ ਰਹੀਆਂ ਨੇ। ਉਹ ਜਿਉਂ ਰੁਝਾਨ ਆਣਗੇ ਇਹ ਸੀਟਾਂ ਅਸੀਂ ਜਿੱਤਾਂਗੇ। ਬਾਕੀ ਜੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਨੇ, ਜੇ ਅਗਰ ਕਿਸਾਨ ਅੰਦੋਲਨ ਉੱਥੇ ਲਾਗੂ ਹੁੰਦਾ ਜਾਂ ਉੱਥੇ ਆਪਾਂ ਕੁਝ ਵੀ ਕਹਿ ਸਕਦੇ ਹਾਂ, ਉੱਥੇ ਪ੍ਰਕੋਪ ਕਰਦਾ, ਕੁਝ ਵੀ ਕਰਦਾ, ਤਾਂ 3 ਤੋਂ ਅਸੀਂ 100 ਤੇ ਨਾ ਪਹੁੰਚਦੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਕਿਸਾਨ ਅੰਦੋਲਨ ਨੇ ਉੱਥੇ ਕੋਈ ਫਰਕ ਨਹੀਂ ਪਾਇਆ? ਨਹੀਂ, ਬਿਲਕੁਲ ਫਰਕ ਨਹੀਂ ਪਾਇਆ। ਕਿਸਾਨ ਭਾਈਚਾਰਾ ਸਾਡੇ ਨਾਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਨਾਲ ਰਹੂਗਾ। ਕਿਹੜੇ ਮਤਲਬ ਤੁਸੀਂ ਕਿਸ ਤਰ੍ਹਾਂ ਅੰਕੜੇ ਲਗਾ ਰਹੇ ਹੋ ਕਿ ਹਜੇ ਵੀ ਤੁਹਾਡੀ ਜਿਹੜੀ ਸਰਕਾਰ ਬਣੂਗੀ? ਕਿਉਂਕਿ ਵਿਚਕਾਰ ਡਿਫਰੈਂਸ ਬਹੁਤ ਆ ਗਿਆ, 83 ਤੇ ਬੀਜੇਪੀ ਤੇ 206 ਤੇ ਟੀਐਮਸੀ ਹੈ। ਲਗਭਗ ਮੈਂ ਵੀ ਪੂਰੀ ਸਟੱਡੀ ਜਿਹੜੀ ਕਰੀ ਹੈ ਸਵੇਰੇ, ਉਹਦੇ ਵਿੱਚ ਜਿਹੜੀ ਡਿਫਰੈਂਸ ਹੈ 50 ਸੀਟਾਂ ਦਾ, ਉਹ ਲਗਭਗ 1000 ਵੋਟਾਂ ਦੇ ਅੰਤਰ ਦੇ ਨਾਲ ਹੈ।
ਉਹ ਜਿਉਂ ਆਪਾਂ ਹਜੇ ਸਵੇਰੇ ਕਿੰਨੇ ਵਜੇ ਕੀਤੀ ਸੀ ਉਹ? ਮੈਂ ਲਗਭਗ ਹੁਣੀ ਅੱਧੇ ਘੰਟੇ ਪਹਿਲਾਂ ਕਰਕੇ ਆਇਆ ਜੀ। ਤੁਸੀਂ ਵੀ ਇਹ ਚੈੱਕ ਕਰ ਸਕਦੇ ਹੋ, ਜਿਹੜਾ ਇਹ 1000 ਡਿਫਰੈਂਸ ਹੈਗਾ ਉਹੀ ਰਹਿਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ 1000 ਜਿਹੜਾ ਡਿਫਰੈਂਸ ਉਹ ਖਤਮ ਹੋ ਜਾਊਗਾ। ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ, ਕਿਸਾਨਾਂ ਨੇ ਇਹਨਾਂ ਨੂੰ ਢਾਹ ਲਈ ਹੈ। ਉਹ ਕਹਿੰਦੇ ਸਾਨੂੰ ਤਾਂ ਉੱਥੇ ਕੋਈ ਕਿਸਾਨ ਅੰਦੋਲਨ ਦਾ ਕੋਈ ਫਰਕ ਹੀ ਨਹੀਂ ਪਿਆ। ਤੁਸੀਂ ਦੇਖੋ ਜੀ, ਜਿਵੇਂ ਕਿ ਬੀਜੇਪੀ ਵਾਲੇ ਕਹਿੰਦੇ ਨੇ ਵੀ ਕਿਸਾਨ ਸਾਡੇ ਨਾਲ ਨੇ, ਤੇ ਜਿਹੜੇ ਦਿੱਲੀ ਦੇ ਬਰੂਹਾਂ ਤੇ ਬੈਠੇ ਨੇ ਕਿਸਾਨ ਉਹਨਾਂ ਦੇ ਨਾਲ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਕਈਆਂ ਦਾ ਪੁੱਤ ਮਰ ਗਿਆ, ਕਿਸੇ ਦਾ ਸ਼ਹੀਦ ਹੋ ਗਏ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ। ਅਗਰ ਆਪਣੇ ਘਰਾਂ 'ਚ ਬਹਿ ਕੇ ਤਰੀਕੇ ਨਾਲ ਆਪਣਾ ਅਗਰ ਕਾਲੇ ਕਾਨੂੰਨ ਨਾ ਪਾਸ ਹੋਏ ਹੁੰਦੇ ਤੇ ਉਹਨਾਂ ਨੂੰ ਕਿਸਾਨਾਂ ਨੂੰ ਕੀ ਲੋੜ ਸੀ ਉੱਥੇ ਜਾ ਕੇ ਆਪਣੇ ਘਰ-ਬਾਰ ਛੱਡ ਕੇ ਜਿਹੜੇ ਉੱਥੇ ਬੈਠੇ ਹੋਏ ਨੇ। ਬਾਕੀ ਇਹਨਾਂ ਦੇ ਕਹਿਣ ਤੇ ਕੋਈ ਕਿਸਾਨ ਨਾਲ ਨਹੀਂ ਹੈਗਾ। ਕੁਝ ਜਿਹੜੇ ਇਹਨਾਂ ਨਾਲ ਪਾਰਟੀ ਦੇ ਜਿਹੜੇ ਵਰਕਰ ਜੁੜੇ ਹੋਏ ਨੇ ਕਿਸਾਨ ਨੇ, ਉਹ ਜ਼ਰੂਰ ਇਹ ਨਾਲ ਹੋ ਸਕਦੇ। ਦੂਜੀ ਗੱਲ ਇਹਨਾਂ ਨੇ ਜਿਹੜੀ ਕਹੀ ਵੀ 1000 ਕੋਈ 500 ਵੋਟਾਂ ਦੇ ਉੱਪਰ ਸਿਰਫ ਫਰਕ ਨਾਲ ਹੈ, ਵੀ ਇਹ ਜ਼ਰੂਰੀ ਨਹੀਂ ਵੀ 500 ਵੋਟਾਂ ਦਾ 1000 ਵੋਟਾਂ ਦਾ ਫਰਕ ਘਟੇਗਾ, ਵੱਧ ਵੀ ਸਕਦਾ ਹੈ, ਜਿਵੇਂ ਕਿ 500 ਤੇ 5000 ਵੀ ਹੋ ਸਕਦੀ ਹੈ। ਤੇ ਇਵੇਂ ਤੁਸੀਂ ਦੇਖੋ, ਜਿਵੇਂ ਕਿ ਹੁਣ 100 ਤੋਂ ਨੀਚੇ ਆ ਕੇ 83 ਤੇ ਆ ਗਏ ਨੇ, ਮੈਨੂੰ ਨਹੀਂ ਲੱਗਦਾ 50 ਤੱਕ ਜਾਣਗੇ। ਹੱਦ ਇਹਨਾਂ ਦੀ 50 ਸੀਟਾਂ ਹੋਣਗੀਆਂ, ਉਹ ਵੀ ਕੋਈ ਆਪਾਂ ਕਲੀਅਰ ਨਹੀਂ ਕਹਿ ਸਕਦੇ 50 ਵੀ ਹੋਣ ਜਾਂ ਨਾ ਹੋਣ। ਲੇਕਿਨ ਕਿਸਾਨੀ ਮਾਰ ਜਿਹੜੀ, ਜਿੱਦਾਂ ਕਿ ਭਾਈ ਸਾਹਿਬ ਆਮ ਆਦਮੀ ਪਾਰਟੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਜਿਵੇਂ ਕਿ ਕਿਸਾਨਾਂ ਨੇ ਜਾ ਕੇ ਬੰਗਾਲ ਦੇ ਵਿੱਚ ਪ੍ਰਚਾਰ ਕੀਤਾ, ਉਹਨਾਂ ਪ੍ਰਚਾਰ ਮਮਤਾ ਬੈਨਰਜੀ ਦੇ ਹੱਕ 'ਚ ਨਹੀਂ ਕੀਤਾ। ਉਹਨਾਂ ਨੇ ਸਿਰਫ ਇਹ ਪ੍ਰਚਾਰ ਕੀਤਾ ਵੀ ਬੀਜੇਪੀ ਨੂੰ ਵੋਟ ਨਾ ਪਾਓ, ਬਾਕੀ ਜਿਹਨੂੰ ਮਰਜ਼ੀ ਪਾਓ। ਉਹਨਾਂ ਦਾ ਮੁੱਖ ਮਕਸਦ ਸੀਗਾ ਕਿ ਉਹ ਬੀਜੇਪੀ ਨੇ ਕਿਸਾਨਾਂ ਨਾਲ ਦਰੋਹ ਕੀਤਾ, ਕਿਸਾਨਾਂ ਨੂੰ ਮਾਰਿਆ, ਕੁੱਟਿਆ, ਤੇ ਇਸ ਕਰਕੇ ਵੀ ਹਾਂ ਇਹਨਾਂ ਨੂੰ ਵੋਟ ਨਾ ਪਾਓ, ਬਾਕੀ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਦਿਓ। ਤੇ ਇਹ ਇਸ ਚੀਜ਼ ਦਾ ਅਸਰ ਦੇਖਣ ਨੂੰ ਮਿਲਿਆ। ਜਿਵੇਂ ਕਿ ਦਾਵਾ ਕਰਦੇ 200 ਪਾਰ ਤੋਂ ਕਹਿੰਦੇ ਦਾਵਾ ਕਰਦੇ ਸੀ, ਤੇ ਅੱਜ 83 ਤੇ ਰਹਿ ਗਈਆਂ। ਮੈਨੂੰ ਲੱਗਦਾ 50 ਤੋਂ ਨੀਚੇ ਜਾਣਗੀਆਂ ਸੀਟਾਂ ਇਹਨਾਂ ਦੀਆਂ। ਤੇ ਅੱਗੇ ਵੀ ਜਿਹੜੀ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣਗੀਆਂ, ਤੇ ਕੋਈ ਨਹੀਂ, ਕਿਸਾਨ ਸਾਰੇ ਬੈਠੇ ਨੇ, ਕਿਸਾਨ ਹਰ ਸਟੇਟ ਦੇ ਵਿੱਚ ਹੈਗੇ ਨੇ, ਤੇ ਉਹ ਨਤੀਜਾ ਨਾਲ ਸਾਹਮਣੇ ਬੀਜੇਪੀ ਵਾਲਿਆਂ ਦੇ ਆ ਹੀ ਜਾਏਗਾ। ਤੁਹਾਨੂੰ ਸਰ ਬਿਲਕੁਲ ਨਹੀਂ ਲੱਗਦਾ ਕਿ ਕਿਸਾਨ ਅੰਦੋਲਨ ਦਾ ਤੁਹਾਨੂੰ ਕਿਤੇ ਫਰਕ ਪਿਆ? ਬਿਲਕੁਲ ਫਰਕ ਨਹੀਂ ਪਿਆ। ਕਿਸਾਨ ਭਾਈਚਾਰਾ ਸਾਡੇ ਨਾਲ ਹੈ। ਇਹ ਹੁਣ ਕਿਸਾਨ ਅੰਦੋਲਨ ਨਹੀਂ ਰਿਹਾ, ਇਹ ਆਮ ਆਦਮੀ ਪਾਰਟੀ, ਅਕਾਲੀ ਦਲ ਪਾਰਟੀ, ਕਾਂਗਰਸ ਪਾਰਟੀ ਦਾ ਅੰਦੋਲਨ ਬਣ ਗਿਆ ਹੈ। ਜਿਹੜੇ ਉਹਨਾਂ ਨੇ ਉੱਥੇ ਹੁਣ ਬੰਦੇ ਬਿਠਾ ਰੱਖੇ ਨੇ, ਇਹ ਹੌਲੀ ਤੁਹਾਡੇ ਸਾਹਮਣੇ ਸਪਸ਼ਟ ਹੋ। ਅਕਾਲੀ ਦਲ ਦਾ, ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ ਅੰਦੋਲਨ ਹੈ, ਕਿਸਾਨਾਂ ਦਾ ਨਹੀਂ ਕਹਿ ਸਕਦੇ ਨਹੀਂ। ਪਤਾ ਗੱਲ ਕੀ, ਹੁਣ ਕੋਈ ਨਾ ਗੱਲ ਇਹਨੂੰ ਕਹਿਣੀ ਪੈਣੀ ਹੈ, ਕਿਉਂਕਿ ਇਹਨਾਂ ਨੂੰ ਇਸ ਚੀਜ਼ ਦਾ ਪਤਾ ਕਿਸਾਨ ਦਾ ਕੋਈ ਨਾਲ ਹੈ ਨਹੀਂਗਾ। ਅਕਾਲੀ ਦਲ ਦਾ ਕਿਸਾਨ ਕਿਸੇ ਨਾ ਕਿਸੇ ਪਾਰਟੀ ਨਾਲ ਸਾਰੇ ਜੁੜੇ ਹੁੰਦੇ ਨੇ, ਕੁਝ ਬੀਜੇਪੀ ਨਾਲ ਵੀ ਜੁੜੇ ਹੋਏ ਨੇ, ਅਕਾਲੀ ਦਲ ਨਾਲ ਜੁੜੇ ਨੇ, ਕਾਂਗਰਸ ਨਾਲ ਜੁੜੇ ਨੇ, ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ। ਕਿਸਾਨ ਤੇ ਹੈ ਨਾ ਅਕਸਰ, ਉਹ ਇਹ ਨਹੀਂ ਵੀ ਕਿਸੇ ਪਾਰਟੀ ਕਰਕੇ ਭੇਜਿਆ। ਤੁਸੀਂ ਦੇਖੋ ਕਿਸਾਨਾਂ ਨੇ ਉੱਥੇ ਸਾਰੀਆਂ ਪਾਰਟੀਆਂ ਨੂੰ ਇੱਕ ਲਾਂਭੇ ਕਰਕੇ ਵੀ ਹਾਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਨਾ ਉਹਨਾਂ ਸਟੇਜ ਚੜ੍ਹੇਗੀ ਤੇ ਨਾ ਹੀ ਨਾਲ ਆਏਗੀ। ਤੇ ਇਹ ਕਿੱਥੋਂ ਪੋਲੀਟੀਕਲ ਸਟੇਜ ਹੋ ਗਿਆ ਜੀ? ਇਹ ਤਾਂ ਕਿਸਾਨਾਂ ਨੇ ਆਪ ਆਪਣੇ ਆਪ ਮੁਹਾਰੇ ਆਪ ਜਾ ਰਹੇ ਨੇ ਲੋਕ, ਤੇ ਆਪ ਹੀ ਬੀਜੇਪੀ ਦੇ ਖਿਲਾਫ ਖੜੇ ਨੇ। ਤੇ ਬੀਜੇਪੀ ਜੋ ਕਿ ਕਿਸਾਨ ਮਾਰੂ ਨੀਤੀ ਨਾਲ ਚੱਲਦੀ ਪਈ ਹੈ, ਆਉਣ ਵਾਲੇ ਟਾਈਮ ਦੇ ਜਿਹਨਾਂ ਹਸ਼ਰ ਬਹੁਤ ਜ਼ਿਆਦਾ ਮਾੜਾ ਹੋਣ ਵਾਲਾ। ਆਨਾ ਵਰੁਣ ਜੀ, ਤੁਹਾਡੇ ਕੋਲ ਵੀ ਬੰਧੂ ਜੀ, ਇਹਨਾਂ ਨੇ ਵੀ ਕਿਹਾ ਤਾਂ ਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਅੰਦੋਲਨ ਹੈ, ਕਾਂਗਰਸ ਵਾਲਿਆਂ ਦਾ, ਅਕਾਲੀ ਦਲ, ਮਤਲਬ ਆਪੋਜੀਸ਼ਨ ਦਾ ਅੰਦੋਲਨ ਬਣਾਤਾ ਇਸ ਚੀਜ਼ ਨੂੰ। ਨਹੀਂ, ਕਿਉਂ ਆਪੋਜੀਸ਼ਨ ਦਾ ਅੰਦੋਲਨ ਬਣਾਤਾ ਜੀ? ਇਹ ਸਾਹਿਬ ਕਹਿੰਦੇ ਨੇ ਕਿ ਬੰਗਾਲ ਇਲੈਕਸ਼ਨ ਦੇ ਵਿੱਚ ਕਿਸਾਨਾਂ ਦਾ ਕੋਈ ਫਰਕ ਨਹੀਂ ਪਿਆ। ਬਾਰ-ਬਾਰ ਬੀਜੇਪੀ ਦੇ ਵੱਡੇ ਸ਼ੀਰਸ਼ ਨੇਤਾਵਾਂ, ਮੋਦੀ ਸਾਹਿਬ ਨੇ ਆਪ, ਜੇਪੀ ਨੱਡਾ ਜੀ, ਇਹਨਾਂ ਦੇ ਕੈਲਾਸ਼ ਵਿਜੇ ਵਰਗੀ, ਅਮਿਤ ਸ਼ਾਹ ਜੀ ਨੇ ਬਾਰ-ਬਾਰ ਇਹ ਗੱਲ ਉੱਤੇ ਉਠਾਈ ਸੀ ਕਿ 80 ਲੱਖ ਦੇ ਕਰੀਬ ਕਿਸਾਨਾਂ ਨੂੰ ਇਹਨਾਂ ਨੇ ਜਿਹੜੀ ਕਿਸਾਨ ਨਿਧੀ, ਇਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਚਲਾਈ ਹੋਈ ਹੈ ਵੀ 6000 ਰੁਪਏ ਸਾਲ ਦੇਣਾ ਹੈ, ਉਹ ਮਮਤਾ ਬੈਨਰਜੀ ਨੇ ਦੇਣ ਨਹੀਂ ਦਿੱਤੀ। ਤਾਂ ਇਹਨਾਂ ਨੇ ਗੱਲ ਉੱਥੇ ਕਿਉਂ ਉਠਾਈ? ਜੇ ਕਿਸਾਨਾਂ ਦੇ ਅੰਦੋਲਨ ਦਾ ਫਰਕ ਨਹੀਂ ਪਿਆ ਜੀ, ਤਾਂ ਕਿਉਂ ਬਾਰ-ਬਾਰ ਕਿਹਾ ਗਿਆ ਕਿ ਅਸੀਂ ਉੱਥੇ ਆਵਾਂਗੇ ਤਾਂ ਇਹਨਾਂ 80 ਲੱਖ ਕਿਸਾਨਾਂ ਨੂੰ ਅਸੀਂ 6000 ਰੁਪਏ ਸਾਲ ਦੇਵਾਂਗੇ? ਤਾਂ ਪਹਿਲਾਂ ਇਸ ਗੱਲ ਦਾ ਜਵਾਬ ਦੇਣਾ ਜੀ, ਕਿਉਂ ਨਹੀਂ ਫਰਕ ਪਿਆ? ਕਿਉਂ ਕਿਸਾਨਾਂ ਨੂੰ ਭਰਮਾਰਿਤ ਕਰਨ ਦੀ ਗੱਲ ਕੀਤੀ ਗਈ? ਤਾਂ ਵੱਡੇ ਤੌਰ ਦੇ ਉੱਤੇ ਕਿਸਾਨੀ ਅੰਦੋਲਨ ਦਾ ਵੱਡਾ ਫਰਕ ਹੈ ਸਰ। ਇਹਨਾਂ ਨੇ ਕਹਿੰਦੇ ਜੀ ਇਹ ਕਿਸਾਨ ਕੀ ਲੋੜ ਪਈ ਸੀ ਦੇਸ਼ ਨੂੰ, ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਦੇ 3 ਖੇਤੀ ਦੇ ਬਿੱਲ ਬਣਾਉਣ ਦੀ? ਕੋਈ ਲੋੜ ਨਹੀਂ ਸੀ। ਕੋਈ ਕਿਸਾਨਾਂ ਨੇ ਤਾਂ ਮੰਗੇ ਨਹੀਂ ਕਿ ਕਿੰਨੇ ਕੁ ਕਿਸਾਨਾਂ ਨੇ ਇਹਨਾਂ ਨੂੰ ਪੁੱਛੇ ਨੇ, ਕਿੰਨੇ ਕੁ ਗਰਾਊਂਡ ਲੈਵਲ ਤੇ ਗਏ ਨੇ, ਕਿਸਾਨਾਂ ਨੂੰ ਪੁੱਛ ਕੇ ਇਹਨਾਂ ਨੇ ਖੇਤੀ ਦੇ ਬਿੱਲ ਬਣਾਏ ਨੇ? ਸਿਰਫ ਆਪਣੇ 2 ਜਿਹੜੇ ਇਹਨਾਂ ਦੇ ਬੈਠੇ ਨੇ ਉੱਪਰ ਚਹੇਤੇ ਬਿਜ਼ਨਸਮੈਨ, ਵੱਡੇ ਟਾਈਕੂਨ, ਤੁਹਾਨੂੰ ਪਤਾ ਅਡਾਨੀ ਅੰਬਾਨੀ, ਉਹਨਾਂ ਦੇ ਕਹਿਣ ਦੇ ਉੱਤੇ ਖੇਤੀ ਦੇ ਬਿੱਲ ਬਣਾਤੇ। ਕੀ ਗੱਲ ਉਹਨਾਂ ਨੂੰ ਫਾਇਦਾ ਕਰਾਉਣਾ ਸੀ? ਕਿਉਂਕਿ ਉਹਨਾਂ ਤੋਂ ਹਜ਼ਾਰਾਂ ਕਰੋੜ ਰੁਪਏ ਚੰਦਾ ਆਉਂਦਾ ਹੈ। 2014 ਚ ਵੱਡਾ ਚੰਦਾ ਆਇਆ, 2019 ਚ ਵੱਡਾ ਚੰਦਾ ਉਹਨਾਂ ਦੋਨਾਂ ਤੋਂ ਆਇਆ। ਉਹਨਾਂ ਦੇ ਹੱਥ 'ਚ ਬੀਜੇਪੀ, ਉਹਨਾਂ ਦੀ ਹੱਥ ਡੋਕੂ ਬਣੀ ਹੋਈ ਹੈ, ਉਹੀ ਦੇਸ਼ 'ਚ ਕੰਮ ਕਰ ਰਹੀ ਹੈ ਔਰ ਆਮ ਲੋਕਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਬੀਜੇਪੀ ਦੇਸ਼ ਦੇ ਵਿੱਚ। ਵੱਡੇ ਦੋਸ਼ ਲੱਗ ਰਹੇ ਨੇ ਬਾਰ-ਬਾਰ ਕਿ ਬੀਜੇਪੀ ਆਮ ਲੋਕਾਂ ਨੂੰ ਮਾਰਨ ਦੀ ਨੀਤੀ ਦੇ ਵੱਲ ਜਾ ਰਹੀ ਹੈ, ਤੇ ਜੋ ਵੱਡੇ ਘਰਾਣੇ ਨੇ ਉਹਨਾਂ ਨੂੰ ਹੀ ਫਾਇਦਾ ਪਹੁੰਚਾਉਣ ਦੇ ਵੱਲ ਬੀਜੇਪੀ ਵੱਧ ਰਹੀ ਹੈ ਅੱਗੇ। ਤੁਸੀਂ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ, ਜਿਹੜਾ ਇਹ ਅੰਦੋਲਨ ਹੈ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਦਾ ਹੋ ਕੇ ਰਹਿ ਗਿਆ। ਇਸ ਦਾ ਜਿਹੜਾ ਮੁੱਖ ਰੂਪ ਹੈਗਾ ਤੁਸੀਂ ਦੇਖ ਸਕਦੇ ਹੋ, ਸਾਡੇ ਪਿੱਛੇ ਅਬੋਹਰ ਦੇ ਐਮਐਲਏ ਅਰੁਣ ਨਾਰੰਗ ਜੀ ਤੇ ਜਿਹੜਾ ਹਮਲਾ ਹੋਇਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਕਿਸਾਨ ਭਾਈਚਾਰਾ ਹਮਲਾ ਕਰ ਸਕਦਾ? ਇਹਨਾਂ ਤੋਂ ਇਹ ਜਵਾਬ ਮੰਗਣਾ ਚਾਹੁੰਦਾ ਕਿ ਕੀ ਕਿਸਾਨ ਭਾਈਚਾਰਾ ਉਹਨਾਂ ਤੇ ਇਹੋ ਜਿਹਾ ਹਮਲਾ ਕਰ ਸਕਦਾ? ਉਹਨਾਂ ਦੇ ਕੱਪੜੇ ਤੱਕ ਉੱਥੇ ਫਾੜ ਦਿੱਤੇ ਗਏ ਨੇ, ਤੇ ਉਦੋਂ ਕੋਈ ਇਹ ਪਾਰਟੀਆਂ ਕਿਉਂ ਨਹੀਂ ਬੋਲੀਆਂ? ਸਭ ਤੋਂ ਬੜੀ ਗੱਲ ਹੈ, ਉਦੋਂ ਇਹਨਾਂ ਨੂੰ ਬੋਲਣਾ ਚਾਹੀਦਾ। ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਤੇ ਲਗਭਗ 3-4 ਵਾਰ ਉਹਨਾਂ ਤੇ ਹਮਲਾ ਹੋਇਆ, ਉਦੋਂ ਇਹ ਪਾਰਟੀਆਂ ਕਿਉਂ ਨਹੀਂ ਬੋਲੀਆਂ? ਇਟ ਮੀਨਸ ਪਾਰਟੀ ਤਾਂ ਤੁਹਾਡੀ ਵੀ ਨਹੀਂ ਬੋਲੀ ਨਾ, ਜਦੋਂ ਕਿਸਾਨ ਅੰਦੋਲਨ 'ਚ ਇੰਨੇ ਲੋਕਾਂ ਦੇ ਸ਼ਹੀਦ ਹੋਏ ਨੇ, ਤੁਹਾਡੀ ਪਾਰਟੀ ਤਾਂ ਉਦੋਂ ਵੀ ਨਹੀਂ ਬੋਲੀ। ਕੋਈ ਪ੍ਰਧਾਨ ਮੰਤਰੀ ਦਾ ਬਿਆਨ ਨਹੀਂ ਆਇਆ, ਕੋਈ ਅਮਿਤ ਸ਼ਾਹ ਜੀ ਦਾ ਬਿਆਨ ਨਹੀਂ ਆਇਆ, ਤੁਹਾਡੀ ਵੀ ਪਾਰਟੀ ਕਿਹੜਾ ਬੋਲੀ? ਅਬੋਹਰ 'ਚ ਬਹੁਤ ਮਾੜਾ ਹੋਇਆ, ਨਿੰਦਾ ਕਰਦੇ ਹਾਂ ਅਸੀਂ ਉਹਦੀ, ਪਰ ਤੁਸੀਂ ਕੋਈ ਬਿਆਨ ਦਿੱਤਾ? ਜਿਹੜੇ ਕਿਸਾਨ ਸ਼ਹੀਦ ਹੋਏ ਸੀ, ਕਦੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਗਏ ਹੋ?
ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰਦੇ ਹਾਂ। ਪਰ ਸਾਡੇ ਜਿਹੜੇ ਕਿਸਾਨ ਭਾਈਚਾਰ ਨੇ ਉਹਨਾਂ ਨੇ ਕ੍ਰਿਸ਼ੀ ਮੰਤਰੀ ਜੀ ਨਾਲ ਇੰਨੀ ਵਾਰ ਜਿਹੜੀ ਬੈਠ ਕੇ ਉਹਨਾਂ ਦੀ ਬੈਠਕ ਹੋਈ, ਪਰ ਇਹ ਜਦ ਵਿੱਚ ਪਾਰਟੀਆਂ ਬੈਠ ਗਈਆਂ ਵਿੱਚ ਤਾਂ ਉਹਨਾਂ ਨੇ ਇਹ ਸਮਝੌਤਾ ਨਹੀਂ ਹੋਣ ਦਿੱਤਾ। ਕਿਹੜੀਆਂ ਪਾਰਟੀਆਂ ਬੜੀਆਂ, ਕਿੱਥੇ ਕੋਈ ਮੀਟਿੰਗ ਹੋਈ, ਕੋਈ ਹੈ ਤੁਹਾਡੇ ਕੋਲ ਵੀ ਇਹ ਪਾਰਟੀਆਂ ਦੀ ਮੀਟਿੰਗ ਹੋਈ? ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋ ਜਾਊਗਾ। ਆਉਣ ਵਾਲੇ ਦਿਨ ਤਾਂ ਹੁਣ ਵੀ ਹੋ ਰਿਹਾ ਨਾ, ਜੋ ਬੰਗਾਲ ਦੇ ਵਿੱਚ ਤੁਹਾਡਾ ਆંકੜਾ ਗਿਰ ਰਿਹਾ ਹੈ, ਸਪਸ਼ਟਤਾ ਉੱਥੋਂ ਵੀ ਬਹੁਤ ਕੁਝ ਹੋ ਰਿਹਾ ਹੈ। ਗਿਰਿਆ ਨਹੀਂ ਹੈ ਜੀ, 3 ਸੀਟਾਂ ਤੋਂ ਅਸੀਂ 100 ਤੇ ਪਹੁੰਚ ਗਏ, ਆંકੜਾ ਗਿਰਿਆ ਨਹੀਂ ਹੈ। ਇਹ ਸਾਡੇ ਕਾਰਜਕਰਤਾ ਦੀ ਮਿਹਨਤ ਹੈ। 200 ਸੀਟਾਂ ਦਾ ਦਾਅਵਾ ਦਿੱਤਾ ਸੀ ਨਾ। ਤੁਸੀਂ ਹੌਲੀ ਹੌਲੀ ਦੇਖੋ ਜੀ, ਰੁਝਾਨ ਆ ਰਿਹਾ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਹੈ, 3-4 ਵਜੇ ਤੱਕ ਦਾ ਸਾਨੂੰ ਸਮਾਂ ਦਿਵੋ, ਉਸ ਤੋਂ ਤੁਸੀਂ ਆਪ ਖੁਦ ਕਹੋਗੇ ਕਿ ਸਾਡੀ ਉੱਥੇ ਬਹੁਮਤ ਨਾਲ ਸਰਕਾਰ ਬਣ ਰਹੀ ਹੈ। ਇਹ ਕਹਿੰਦੇ ਨੇ ਕਿ ਕੋਈ ਸਰਕਾਰ ਬੋਲੀ ਨਹੀਂ ਜਦੋਂ ਅਬੋਹਰ ਦੇ ਵਿੱਚ ਉਹ ਹੋਇਆ ਸੀਗਾ, ਸਰਕਾਰ ਇਹਨਾਂ ਦੀ ਵੀ ਨਹੀਂ ਬੋਲੀ ਜਦੋਂ ਇੰਨੇ ਕਿਸਾਨ ਸ਼ਹੀਦ ਹੋਏ ਨੇ। ਤੁਸੀਂ ਕਿਸਾਨ ਫੈਕਟਰ ਨੂੰ ਕਿਸ ਤਰ੍ਹਾਂ ਬੰਗਾਲ ਇਲੈਕਸ਼ਨਸ 'ਚ ਦੇਖਦੇ ਹੋ ਕਿ ਕਿਸ ਤਰ੍ਹਾਂ ਫਰਕ ਪਿਆ? ਦੇਖੋ ਜੀ, ਸਾਰਾ ਜਿਹੜਾ ਹੁਣ ਮੁੱਦਾ ਜਿਹੜੀ ਵੀ ਸਟੇਟਾਂ ਦੀ ਇਲੈਕਸ਼ਨਾਂ ਹੋ ਰਹੀਆਂ ਹੈ, ਲੇਕਿਨ ਤੁਸੀਂ ਹਰ ਚੈਨਲ ਦੇਖ ਦਿੰਦੇ ਆ, ਕਿਉਂਕਿ ਚੈਨਲਾਂ ਵੀ ਛੱਡੇ, ਇਹ ਇਕੱਲੇ ਵੈਸੇ ਕਿਸਾਨੀ ਮੁੱਦਾ ਨਹੀਂ, ਆਪਾਂ ਇਕੱਲੇ ਕਿਸਾਨਾਂ ਦੀ ਗੱਲ ਕਰੀਏ, ਇਸ ਜਿਹੜੀ ਮਾਰ ਦੇ ਵਿੱਚ ਹਰ ਇੱਕ ਵਰਗ ਆਏਗਾ, ਕਿਸਾਨ, ਆੜਤੀ, ਮਜ਼ਦੂਰ, ਹਰ ਇੱਕ ਬੰਦਾ ਇਸ ਜਿਹੜੀ ਲਹਿਰ ਚੱਲ ਰਹੀ ਹੈ ਇਹਨਾਂ ਦੇ ਖਿਲਾਫ ਚੱਲ ਰਹੀ ਹੈ। ਤੇ ਕਿਸਾਨਾਂ ਨੂੰ ਜੋ ਮਾਰਨ ਵਾਸਤੇ ਜੋ ਕਾਲੇ ਕਾਨੂੰਨ ਪਾਸ ਕੀਤੇ ਨੇ, ਤੇ ਉਹ ਫੈਕਟ ਤੇ ਹੈ ਹੀ ਹੈ। ਇਹ ਜੋ ਮਰਜ਼ੀ ਕਹੇ, ਕਿਸਾਨ ਸਾਡੇ ਨਾਲ, ਕੋਈ ਕਿਸਾਨ ਨਾਲ ਨਹੀਂ ਹੈਗਾ। ਅਗਰ ਕਿਸਾਨ ਇਹਨਾਂ ਦੇ ਨਾਲ ਹੁਣ, ਇਹਨਾਂ ਦਾ ਕੋਈ ਵੀ ਬੀਜੇਪੀ ਦਾ ਲੀਡਰ ਕਿਤੇ ਵੀ ਕੋਈ ਮੀਟਿੰਗ ਕਰਨ ਜਾਂਦਾ ਹੈ ਜਾਂ ਕਿਤੇ ਵੀ ਕੋਈ ਪ੍ਰੋਗਰਾਮ 'ਚ ਜਾਂਦਾ ਹੈ, ਤੇ ਕਿਸਾਨਾਂ ਦਾ ਉੱਥੇ ਧਰਨਾ, ਕਿਸਾਨ ਇਹਨਾਂ ਦੇ ਖਿਲਾਫ ਇਹਨਾਂ ਨੂੰ ਭਜਾਉਂਦੇ ਨੇ ਉੱਥੋਂ ਵੀ ਜਦ ਤੱਕ ਤੁਸੀਂ ਕਾਨੂੰਨ ਸਾਡੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਨੇ, ਅਗਰ ਤੁਸੀਂ ਕਾਨੂੰਨ ਵਾਪਸ ਨਹੀਂ ਲੈਂਦੇ, ਉਦ ਤੱਕ ਅਸੀਂ ਤੁਹਾਨੂੰ ਪੂਰਾ ਬਾਈਕਾਟ ਕਰਦੇ ਹਾਂ ਤੇ ਕੋਈ ਧਾਰਮਿਕ ਜਾਂ ਕੋਈ ਪੋਲੀਟੀਕਲ ਜਾਂ ਕਿਸੇ ਫੰਕਸ਼ਨ ਤੁਹਾਨੂੰ ਜਾਣ ਨਹੀਂ ਦੇਵਾਂਗੇ। ਤੇ ਜਿਵੇਂ ਕਿ ਉਹੀ ਵਾਰ-ਵਾਰ ਗੱਲ ਕਰੀ ਜਾਂਦੇ ਨੇ ਵੀ ਹਾਂ ਰੁਝਾਨ ਆ ਰਿਹਾ, ਰੁਝਾਨ ਤੇ ਥੱਲੇ ਨੂੰ ਜਾ ਰਿਹਾ ਜੀ। ਉਹ 100 ਤੋਂ ਥੱਲੇ 83 ਤੇ ਰਹਿ ਗਈਆਂ। 83 ਤਾਂ ਹਜੇ ਕਿਹੜੇ ਹਿਸਾਬ ਨਾਲ ਇਹ ਉਮੀਦ ਲਾਈ ਬੈਠੇ ਨੇ ਵੀ ਅਸੀਂ ਸਰਕਾਰ ਬਣਾਵਾਂਗੇ? ਇਹ ਝੂਠੇ ਤੇ ਖੋਖਲੇ ਦਾਅਵੇ ਨੇ। ਤੇ ਤੁਹਾਡੇ ਸਾਹਮਣੇ ਹੋਰ ਘੰਟਾ ਜ਼ਿਆਦਾ ਕੋਈ ਲੰਬਾ ਚੌੜਾ ਸਿਸਟਮ ਤੇ ਹੈੜੀਆਂ ਘੰਟੇ 2 ਘੰਟੇ ਦੇ ਵਿੱਚ ਮਿਲਦਾ ਤਾਂ ਕਲੀਅਰ ਹੋ ਜਾਣਾ। ਤੇ ਇਹਨਾਂ ਦੇ ਸਾਹਮਣੇ ਪਿਕਚਰ ਕਲੀਅਰ ਆ ਜਾਏਗੀ ਵੀ ਜੋ ਕਿਸਾਨਾਂ ਨਾਲ ਜੋ ਹਾਲ ਹੋ ਰਿਹਾ ਤੇ ਉਹਦੀ ਦੇਸ਼ ਦੀ ਜਨਤਾ ਨੇ, ਕਿਸਾਨਾਂ ਨੇ, ਤੇ ਚਲੋ ਕੋਈ ਗੱਲ ਨਹੀਂ, ਕਿਸਾਨ ਤੇ ਇੱਕ ਮਜਬੂਰ ਨੇ, ਕਿਸਾਨਾਂ ਦੀ ਖੇਤੀ ਬਰਬਾਦ ਹੋ ਰਹੀ ਹੈ, ਉਹਨਾਂ ਦਾ ਕਿਸਾਨਾਂ ਦਾ ਜਿਹੜਾ ਚੱਲਦਾ ਹੀ ਸਾਰਾ ਦਰਮਦਾਰੀ ਖੇਤੀ ਤੋਂ ਹੈ, ਉਹਨਾਂ ਦੀ ਕਿੱਤਾ ਹੀ ਹੈ, ਉਸ ਤੋਂ ਹੀ ਸਾਰਾ ਸਿਸਟਮ ਚੱਲਣਾ ਹੁੰਦਾ ਉਹਨਾਂ ਦਾ। ਤੇ ਜਿਵੇਂ ਕਿ ਕਿਸਾਨਾਂ ਨੂੰ ਨਾਲ ਦੇਖਦੇ ਆਮ ਜਨਤਾ ਨੂੰ, ਲੋਕਾਂ ਨੂੰ ਸਾਰੀ ਸਮਝ ਆ ਚੁੱਕੀ ਚੀਜ਼ ਦੀ ਵੀ ਆਪਾਂ ਇਕੱਲੇ ਕਿਸਾਨ ਨਹੀਂ, ਕਿਸਾਨਾਂ ਨਾਲ ਮਜ਼ਦੂਰ ਵੀ, ਆੜਤੀ ਵੀ, ਹੋਰ ਸਾਰੇ ਵਰਗ ਜਿੰਨੇ ਵੀ ਦੁਕਾਨਦਾਰ ਨੇ, ਬਿਜ਼ਨਸਮੈਨ ਨੇ, ਸਭ ਇਸ ਦੀ ਮਾਰ ਦੇ ਵਿੱਚ ਆਣਗੇ। ਇਸ ਕਰਕੇ ਕਿਸਾਨਾਂ ਦਾ ਸਾਥ ਦੇ ਕੇ ਉਹਨਾਂ ਵੀ ਇਹਨਾਂ ਵੋਟਾਂ ਇਹਨਾਂ ਨੂੰ ਨਹੀਂ ਪਾਈਆਂ ਬੀਜੇਪੀ ਨੂੰ, ਜਿਨ੍ਹਾਂ ਦੇ ਸਿਰ ਤੇ ਇਹ ਸਾਰੇ ਕਹਿੰਦੇ ਵੀ ਸਰਕਾਰ ਬਣੇ। ਸਰਕਾਰ ਬਣਾਉਣ ਦਾ ਤਾਂ ਦਾਅਵਾ ਖੋਖਲੇ ਨੇ ਬਿਲਕੁਲ। ਤੁਸੀਂ ਦੇਖ ਲਓ 83 ਤੋਂ 50 ਤੋਂ 40 ਦੀ ਵੀ ਜਾ ਸਕਦੀਆਂ ਨੇ, ਲੇਕਿਨ ਸਰਕਾਰ ਬਣਾਉਣ ਦੀ ਕੋਈ ਤੁਹਾਡੇ ਸਾਹਮਣੇ ਇਹ ਗੱਲ ਕਲੀਅਰ ਨਹੀਂ ਹੋ ਸਕਦੀ ਵੀ ਸਰਕਾਰ ਵਾਲਾ ਤਾਂ ਇਹਨਾਂ ਦਾ ਬਿਲਕੁਲ ਦਾਅਵਾ ਖੋਖਲਾ ਹੈ। ਬਿਲਕੁਲ ਖੋਖਲਾ ਜੀ, ਉਹ ਕਹਿੰਦੇ ਦਾਅਵਾ ਤੁਹਾਡਾ ਬਿਲਕੁਲ ਗਲਤ ਗੱਲ ਕਰ ਰਹੇ ਨੇ। ਪਹਿਲੇ ਗੱਲ ਤਾਂ ਤੁਸੀਂ ਦੇਖੋ, ਅਕਾਲੀ ਦਲ, ਆਮ ਆਦਮੀ ਪਾਰਟੀ, ਕੀ ਇਹ ਮੰਨਦੇ ਨੇ ਕਿ ਇਹ ਬੰਗਾਲ ਦੇ ਵਿੱਚ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਨਾਲ ਹੈਗੇ ਨੇ? ਪਹਿਲਾਂ ਨਾ ਤਾਂ ਇਹ ਸਵਾਲ ਪੁੱਛਿਆ ਜਾਵੇ ਕਿ ਇਹ ਉੱਥੇ ਇਹ ਮੰਨਦੇ ਨੇ ਕਿ ਇਹ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਨਾਲ ਹੈਗੇ ਆ? ਹੁਣੇ ਆਪਾਂ ਲੈਣੇ ਇਹਨਾਂ ਤੋਂ ਜਵਾਬ। ਕਹਿੰਦੇ ਮੰਨਦੇ ਹੋ ਕਿ ਤੁਸੀਂ ਉੱਥੇ ਤ੍ਰਿਣਮੂਲ ਹੋਰਾਂ ਦੇ ਨਾਲ ਹੋ? ਨਹੀਂ, ਇਹ ਪਹਿਲਾਂ ਮੈਨੂੰ ਇਹ ਦੱਸਣਾ ਜੀ, ਇਹ ਬੇਤੁਕਾ ਸਵਾਲ ਕਿਉਂ ਕਰ ਰਹੇ ਨੇ? ਇਹ ਦੱਸਣਾ ਕਿ ਦੇਸ਼ ਦੀਆਂ ਨੀਤੀਆਂ ਨੂੰ ਨਕਾਰਿਆ ਪੱਛਮੀ ਬੰਗਾਲ ਦੀ ਜਨਤਾ ਨੇ, ਇਹ ਮੋਦੀ ਸਾਹਿਬ ਦੀ ਨੀਤੀਆਂ ਨੂੰ ਨਕਾਰਿਆ। ਇਹ ਕਹਿੰਦੇ ਨੇ ਕਿ ਕਿਸਾਨਾਂ ਦਾ ਮਸਲਾ, ਐਪੀਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਖਾਲੀ ਕਿਸਾਨੀ ਦਾ ਮਸਲਾ ਨਹੀਂ ਹੈਗਾ, ਹੋਰ ਬੜੇ ਮਸਲੇ ਨੇ। 100 ਰੁਪਏ ਲੀਟਰ ਡੀਜ਼ਲ ਹੈ, ਪੈਟਰੋਲ ਹੈ, ਰਿਫਾਈਨਡ 160 ਰੁਪਏ ਹੋ ਗਿਆ, ਸਰੋਂ ਦਾ ਤੇਲ 180 ਰੁਪਏ ਦੇ ਕਰੀਬ ਪਹੁੰਚ ਗਿਆ ਪਰ ਲੀਟਰ। ਤਾਂ ਗਰੀਬ ਆਦਮੀ ਜਿਹੜਾ ਰੋਜ਼ ਦਿਹਾੜੀਦਾਰ ਹੈ, 200, 250, 300 ਰੁਪਏ ਦੀ ਕਮਾਈ ਕਰਦਾ ਹੈ, ਉਹ ਕਿੱਥੋਂ ਰੋਟੀ ਖਾਏਗਾ ਜੀ? ਤਾਂ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ, ਮੈਂ ਕਿੱਥੇ ਲੈ ਕੇ ਜਾ ਰਿਹਾ ਦੇਸ਼ ਨੂੰ। ਸਬਕਾ ਸਾਥ ਸਬਕਾ ਵਿਕਾਸ ਦੀ ਤਾਂ ਵੱਡੇ ਵੱਡੇ ਦਾਅਵੇ ਨੇ। ਮੈਨੂੰ ਇਹ ਦੱਸਣਾ, ਦੇਸ਼ ਦੇ ਵਿੱਚ ਕਿਹੜਾ ਮੈਡੀਕਲ ਇਨਫਰਾਸਟ੍ਰਕਚਰ ਹੈ? ਮੌਤਾਂ ਰੋਜ਼ ਹੋ ਰਹੀਆਂ ਨੇ, 4 ਲੱਖ ਦੇ ਕਰੀਬ ਕੱਲ ਵੀ ਕੇਸ ਸੀ ਸਰ, 4000 ਦੇ ਕਰੀਬ ਡੈਥ ਹੋਈਆਂ ਨੇ। ਕਰੋਨਾ ਦੀ ਇਹਨਾਂ ਨੂੰ 1 ਸਾਲ ਹੋ ਗਿਆ ਜੀ, ਇਹਨਾਂ ਨੇ ਕੀ ਖੜਾ ਕੀਤਾ ਜੀ? ਕਿਹੜਾ ਹਸਪਤਾਲ ਬਣਾਇਆ ਵੱਡਾ ਦੇਸ਼ ਦੇ ਵਿੱਚ? ਕੋਈ ਦੱਸਣਗੇ? ਹੈ ਇਹਨਾਂ ਕੋਲ ਕੋਈ ਜਵਾਬ? ਬਿਲਕੁਲ ਇਹ ਜਵਾਬ ਬਿਲਕੁਲ ਇਹ ਲਾਜ਼ਮੀ ਵੀ ਹੈ, ਕਿਉਂਕਿ ਕਰੋਨਾ ਦਾ ਬਹੁਤ ਕਹਿਰ ਚੱਲ ਰਿਹਾ ਤੇ ਦਿੱਲੀ ਦੇ ਵਿੱਚ ਆਕਸੀਜਨ ਦੀ ਜਿਸ ਤਰ੍ਹਾਂ ਕਮੀ ਆਈ ਹੋਈ ਹੈ, ਬਿਲਕੁਲ ਉਹਨਾਂ ਦਾ ਵਾਜਬ ਹੈ ਜਵਾਬ ਕਿ 1 ਸਾਲ ਦੇ ਵਿੱਚ ਕਿੰਨੇ ਕੁ ਤੁਸੀਂ ਹਸਪੀਟਲ ਖੜੇ ਕੀਤੇ, ਕਿੰਨੇ ਕੁ ਤੁਸੀਂ ਆਕਸੀਜਨ ਦੇ ਪਲਾਂਟ ਲਗਾਏ? ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ, ਉਹਨਾਂ ਦਾ ਕੇਜਰੀਵਾਲ ਜੀ ਦਾ ਇੱਕ ਕੰਮ ਹੈ, ਦੂਜੇ ਦਿਨ ਉਹ ਲਾਈਵ ਹੋ ਜਾਂਦੇ ਨੇ, ਠੀਕ ਹੈ ਜੀ। ਤੇ ਉਸ ਤੋਂ ਇਲਾਵਾ ਹੁਣ ਉਹ ਕਹਿ ਰਹੇ ਨੇ ਆਕਸੀਜਨ ਦੀ ਕਮੀ ਹੈ, ਠੀਕ ਹੈ। ਸਰਕਾਰ ਨੇ ਉਹਨਾਂ ਨੂੰ ਪਹਿਲਾਂ ਆਕਸੀਜਨ ਲਵਾਉਣ ਵਾਸਤੇ 20 ਪਲਾਂਟ ਲਗਾਉਣ ਵਾਸਤੇ ਉਹਨਾਂ ਨੂੰ ਪੈਸਾ ਵੀ ਭੇਜਿਆ, ਪਰ ਹੁਣ ਇਹ ਜਿਹੜਾ ਚੈੱਕ ਹੋਇਆ ਉਹਨਾਂ ਨੇ ਇੱਕ ਵੀ ਉੱਥੇ ਪਲਾਂਟ ਨਹੀਂ ਲਾਇਆ। ਰਾਘਵ ਚੱਡਾ ਜੀ ਹੋਰਾਂ ਦਾ ਪਹਿਲਾਂ ਹੀ ਬਿਆਨ ਆ ਗਿਆ ਸੀਗਾ ਕਿ ਉਹ ਜਿਹੜੇ ਤੁਸੀਂ ਠੇਕੇਦਾਰ ਅਲਾਟ ਕੀਤੇ ਸੀ ਉਹ ਪਹਿਲਾਂ ਹੀ ਪੈਸੇ ਲੈ ਕੇ ਭੱਜ ਚੁੱਕੇ ਨੇ। ਪਰ ਇਹ ਕੇਜਰੀਵਾਲ ਸਰਕਾਰ ਨੂੰ ਦੇਖਣਾ ਚਾਹੀਦਾ ਸੀ, ਉਹ ਪਹਿਲਾਂ ਹੀ ਕਹਿਣਾ ਚਾਹੀਦਾ ਸੀ। ਹੁਣ ਜਦ ਲੋੜ ਪਈ ਉਦੋਂ ਪ੍ਰੋਜੈਕਟ ਤਾਂ ਸੈਂਟਰ ਦਾ ਸੀਗਾ ਨਾ, ਪਰ ਉਹ ਹੁਣ ਕਿਉਂ ਕਹਿ ਰਹੇ ਨੇ? ਉਹਨਾਂ ਨੂੰ ਉਦੋਂ ਹੀ ਕਹਿਣਾ ਚਾਹੀਦਾ ਸੀ ਨਾ। ਹੁਣ ਜਦ ਦੇਸ਼ ਤੇ ਮੁਸੀਬਤ ਆਈ ਤਾਂ ਉਹ ਮਿੰਟ 'ਚ ਲਾਈਵ ਹੋ ਜਾਣੇ ਆ। ਤੁਸੀਂ ਇਹ ਦੇਖੋ ਜੀ, ਆਕਸੀਜਨ ਦੀ ਕੀ ਲੈ ਕੇ ਆਣੇ ਸੀ? ਹਰ ਰੋਜ਼ ਕਰੋੜਾਂ ਰੁਪਏ ਦੀਆਂ ਐਡਵਰਟਾਈਜ਼ਮੈਂਟ ਕਰਕੇ ਉਹ ਦਿੱਲੀ ਸਰਕਾਰ ਦਾ ਪੈਸਾ ਖਰਾਬ ਕਰ ਰਹੇ ਨੇ।
ਪੈਸਾ ਖਰਾਬ ਕਰ ਰਹੇ ਹੋ ਜੀ, ਕੀ ਗੱਲ? ਕਿ ਮੋਦੀ ਸਰਕਾਰ ਐਡਵਰਟਾਈਜ਼ਮੈਂਟ ਨਹੀਂ ਕਰਦੀ। ਮੈਂ ਇਹ ਪੁੱਛਣਾ ਚਾਹੁੰਦਾ ਕਿ 202 ਕਰੋੜ ਰੁਪਇਆ ਇਸ਼ੂ ਕੀਤਾ ਸੀ ਮੋਦੀ ਸਰਕਾਰ ਨੇ 162 ਆਕਸੀਜਨ ਸੈਂਟਰ ਬਣਾਉਣ ਵਾਸਤੇ, ਜਿਹਦੇ ਚੋਂ ਸਿਰਫ 8 ਦਿੱਲੀ ਨੂੰ ਮਿਲੇ ਸੀ, ਬਾਕੀ 154 ਬਣ ਗਏ ਦੇਸ਼ 'ਚ। ਇਹ ਜਵਾਬ ਦੇਣ ਇਹਨਾਂ ਦੀ ਸਟੇਟਾਂ 'ਚ, ਜਿਹੜੀ ਇਹਨਾਂ ਦੀ ਆਪਣੀਆਂ ਸਟੇਟਾਂ ਹੈਗੀਆਂ, ਚਾਹੇ ਆਪਣਾ ਗੁਜਰਾਤ ਹੈਗੀ ਆ ਜਾਂ ਮੱਧ ਪ੍ਰਦੇਸ਼ ਹੈਗੀ ਆ ਜਾਂ ਉੱਤਰ ਪ੍ਰਦੇਸ਼ ਹੈਗੀ, ਆਕਸੀਜਨ ਸੈਂਟਰ ਉੱਥੇ ਬਣ ਗਏ ਜੀ। ਕੇਜਰੀਵਾਲ ਤੇ ਤਾਂ ਭਾਂਡਾ ਠੀਕਰਾ ਫੋੜਨ ਆ ਜਾਂਦੇ ਨੇ। ਇੱਕ ਗੱਲ ਹੋਰ ਹੈ, 8 ਉੱਤੇ ਆਕਸੀਜਨ ਸੈਂਟਰ ਕਿਉਂ ਨਹੀਂ ਬਣੇ? ਇੱਕ ਦਾ ਕੰਮ ਸ਼ੁਰੂ ਹੋਇਆ ਸੀ, ਉਹ ਵੀ ਚੱਲ ਰਿਹਾ ਹੈਗਾ, ਲੇਕਿਨ ਕਿਉਂ ਨਹੀਂ ਹੋਏ? ਕਿਉਂਕਿ ਡੀਡੀਏ ਇਹਨਾਂ ਦੇ ਅੰਡਰ ਹੈ, ਇਹਨਾਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਅੰਦਰ। ਉਹਨਾਂ ਨੇ ਜ਼ਮੀਨਾਂ ਦੇਣ ਤੋਂ ਇਨਕਾਰੀ ਕੀਤੀ ਹੋਈ ਹੈ, ਫਾਈਲਾਂ ਲਟਕਾਈਆਂ ਹੋਈਆਂ, ਕੇਜਰੀਵਾਲ ਸਾਹਿਬ ਦੀਆਂ ਪਾਵਲਾਂ ਘਟਾ ਕੇ ਐਲਜੀ ਨੂੰ ਦਿੱਤੀਆਂ ਹੋਈਆਂ। ਕਿਉਂ? ਇੱਕ ਚੁਣੀ ਹੋਈ ਸਰਕਾਰ ਤੇ ਇੰਨਾ ਜ਼ੁਲਮ ਕਰ ਰਹੇ ਨੇ ਕਿ ਆਮ ਲੋਕ ਜਿਹੜੇ ਦਿੱਲੀ ਦੇ 2 ਕਰੋੜ ਜਨਤਾ ਨੇ ਫਤਵਾ ਦਿੱਤਾ ਹੈ ਕੇਜਰੀਵਾਲ ਸਾਹਿਬ ਦੇ ਹੱਕ 'ਚ, ਉਹਨਾਂ ਨੂੰ ਬਿਠਾਇਆ ਕਿ ਇਹ ਵਧੀਆ ਬੰਦਾ, ਵਧੀਆ ਕੰਮ ਕਰ ਰਿਹਾ, ਵਧੀਆ ਸਕੂਲ ਦੇ ਰਿਹਾ, ਵਧੀਆ ਮੈਡੀਕਲ ਇਨਫਰਾਸਟ੍ਰਕਚਰ ਦੇ ਰਿਹਾ, ਲੋਕਾਂ ਨੂੰ ਫ੍ਰੀ ਬਿਜਲੀ ਦੇ ਰਿਹਾ, ਫ੍ਰੀ ਪਾਣੀ ਦੇ ਰਿਹਾ, ਮੈਡੀਕਲ ਹਰ ਤਰ੍ਹਾਂ ਦੀ ਸੁਵਿਧਾ ਦੇ ਰਿਹਾ ਦਿੱਲੀ ਦੇ ਲੋਕਾਂ ਨੂੰ। 0 ਬਿੱਲ ਆ ਰਿਹਾ ਉੱਥੇ ਬਿਜਲੀ ਦਾ, 38 ਲੱਖ ਪਰਿਵਾਰਾਂ ਦਾ 0 ਬਿੱਲ ਹੈ ਸਰ। ਤਾਂ ਇਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਐਲਜੀ ਨੂੰ ਪਾਵਰਾਂ ਕਿਉਂ ਦਿੱਤੀਆਂ? ਵੱਡਾ ਪ੍ਰਸ਼ਨ ਹੈ, ਕਿਉਂ ਕੇਜਰੀਵਾਲ ਸਾਹਿਬ ਦੀਆਂ ਇਹਨਾਂ ਨੇ ਪਾਵਰਾਂ ਖੋਈਆਂ ਨੇ? ਕੋਈ ਜਵਾਬ ਹੈ ਇਹਨਾਂ ਕੋਲ ਜੀ? ਇੱਕ ਚੁਣੀ ਹੋਈ ਸਰਕਾਰ ਦੇ ਉੱਤੇ ਇਹ ਲੋਕਤੰਤਰ ਦਾ ਕਾਣ ਕਰ ਰਹੇ ਨੇ, ਲੋਕਤੰਤਰ ਦੀ ਹੱਤਿਆ ਕਰਕੇ ਐਲਜੀ ਨੂੰ ਪਾਵਰਾਂ ਦੇ ਰਹੇ ਨੇ, ਕਿਉਂਕਿ ਐਲਜੀ ਇਹਨਾਂ ਦਾ ਆਪਣਾ ਹੈ, ਇਹਨਾਂ ਦਾ ਬੀਜੇਪੀ ਦਾ ਹੱਥ ਡੋਕੂ ਐਲਜੀ ਹੈ, ਉਹ ਹੁਣ ਹਰ ਕੰਮ 'ਚ ਅੜਿੱਕਾ ਪਾਏਗਾ। ਤਾਂ ਇਹ ਜਵਾਬ ਦੇਣਾ ਜੀ, ਕਿਉਂ ਨਹੀਂ ਕੰਮ ਕਰਨ ਦੇ ਰਹੇ ਉਸ ਬੰਦੇ ਨੂੰ? ਹੈਗਾ ਜਵਾਬ ਸਰ ਕੋਈ ਵੀ? ਕਿਉਂ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ ਦਿੱਲੀ ਦੀ ਸਰਕਾਰ ਨੂੰ? ਸਰ ਇਹ ਕਹਿੰਦੇ ਜੀ ਅਸੀਂ ਮੁਹੱਲਾ ਕਲੀਨਿਕ ਬਣਾਏ। ਹੁਣ ਜਦ ਕਰੋਨਾ ਦਾ ਇੰਨਾ ਮਾੜਾ ਟਾਈਮ ਚੱਲ ਰਿਹਾ ਹੈ ਤਾਂ ਕਿੱਥੇ ਗਏ ਉਹ ਮੁਹੱਲਾ ਕਲੀਨਿਕ? ਉਹਨਾਂ 'ਚ ਮੁਹੱਲਾ ਕਲੀਨਿਕ ਬਣਾਏ, ਉਸ 'ਚ ਆਕਸੀਜਨ ਵੀ ਹੋਣੀ, ਉਹ ਕਿੱਥੇ ਗਈ ਆਕਸੀਜਨ? ਇਹ ਸਭ ਪਖੰਡ ਹੈ ਜੀ। ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਹੀ ਇੱਕ ਕੰਮ ਰਿਹਾ ਕਿ ਪਖੰਡ ਕਰਨਾ। ਬਾਕੀ ਜੇ ਗੱਲ ਕਰਦੇ ਹਾਂ ਵਿਕਾਸ ਦੀ, ਆਯੁਸ਼ਮਾਨ ਯੋਜਨਾ ਦਾ ਜਿਹੜਾ 5 ਲੱਖ ਦਾ ਬੀਮਾ ਹੈ, ਇੱਕ ਜਿਹੜਾ ਗਰੀਬ ਆਦਮੀ 5000 ਦਾ ਇਲਾਜ ਨਹੀਂ ਕਰਾ ਸਕਦਾ ਸੀਗਾ, 5 ਲੱਖ ਦਾ ਇਲਾਜ ਕਰਾਉਂਦਾ। ਅੱਜ ਪੁੱਛੋ ਜਾ ਕੇ ਇੱਕ ਗਰੀਬ ਆਦਮੀ ਨੂੰ ਕਿ ਆਯੁਸ਼ਮਾਨ ਦੇ ਵਿੱਚ ਕੀ ਫਾਇਦੇ ਹੋਏ ਨੇ। ਜਿਹੜੇ ਪਹਿਲਾਂ ਸਿਲੰਡਰ ਮਿਲਦੇ ਨਹੀਂ ਸੀ, ਲਾਈਨਾਂ 'ਚ ਖੜ ਸਿਲੰਡਰ ਮਿਲਦੇ ਸੀ, ਕਿਸੇ MP ਦੀ ਕਿਸੇ MLA ਦੀ ਸਿਫਾਰਿਸ਼ ਲਵਾਉਣੀ ਪੈਂਦੀ ਸੀਗੀ, ਹੁਣ ਉਹ ਘਰ ਆ ਕੇ ਤੁਹਾਨੂੰ ਸਿਲੰਡਰ ਮਿਲਦਾ ਹੈ। ਇਹਨਾਂ ਨੂੰ ਦੱਸੋ। ਤੇ ਉਹ ਮਹਿੰਗਾ ਵੀ ਕਿੰਨਾ ਹੋ ਗਿਆ ਸਰ ਮਹਿੰਗੇ, ਤੁਸੀਂ ਮਹਿੰਗੇ ਦੀ ਗੱਲ ਕਰਦੇ ਹੋ, ਪਰ ਇੱਕ ਫੈਸਿਲਿਟੀਜ਼ ਦੇਖੋ ਨਾ, ਜਿਹੜੀ ਹਰ ਚੀਜ਼ ਨਾਲ ਗਰੀਬ ਬੰਦਾ ਕਰ ਰਹੇ ਹੋ, ਉਹ ਸਿਲੰਡਰ ਗਰੀਬ ਬੰਦਾ ਖਰੀਦੂਗਾ ਕਿਵੇਂ? ਹਰ ਬੰਦੇ ਦੇ ਘਰ ਦੇ ਵਿੱਚ ਸਿਲੰਡਰ ਪਹੁੰਚ ਰਿਹਾ ਹੈ, ਠੀਕ ਹੈ। ਤੁਸੀਂ ਜੀ ਘਰ ਪਹੁੰਚ ਰਹੇ ਨੇ ਸਭ ਦੇ, ਮੇਰੇ ਘਰੇ ਵੀ ਸਿਲੰਡਰ ਪਹੁੰਚ ਰਿਹਾ, ਇਹਨਾਂ ਦੇ ਵੀ ਪਹੁੰਚ ਰਿਹਾ, ਤੁਹਾਡੇ ਵੀ, ਇਹਨਾਂ ਦੇ। ਮਹਿੰਗਾ ਕਿੰਨਾ ਪਹੁੰਚ ਰਿਹਾ? ਸਰ ਉਸ ਤੋਂ ਬਾਅਦ ਸਬਸਿਡੀ ਤਾਂ ਵੀ ਵਾਪਸ ਆ ਰਹੀ ਹੈ। 9 ਰੁਪਏ ਤੁਸੀਂ ਇਹ ਵੀ ਦੇਖੋ। ਦੇਖੋ ਜੀ, ਇਹਨਾਂ ਸਿਲੰਡਰਾਂ ਦੀ ਗੱਲ ਕੀਤੀ ਨਾ, ਆਪ ਹੀ ਛੇੜੀ ਹੈ। ਚਲੋ ਅਸੀਂ ਮੰਨਦੇ ਸੀ ਮੋਦੀ ਸਾਹਿਬ ਨੇ ਘਰ ਸਿਲੰਡਰ ਫ੍ਰੀ ਦਿੱਤੇ ਨੇ, ਅਸੀਂ ਕਹਿੰਦੇ ਆ, ਲੇਕਿਨ ਅਸੀਂ ਮੰਨਦੇ ਆ, ਪੂਰੀ ਗੱਲ ਸੁਣੋ ਨਾ, ਮੰਨਾਂਗੇ ਤੁਹਾਡੀ ਗੱਲ ਦਾ ਕਲੀਅਰ ਵੀ ਕਰਦੀ ਨਾਲ। ਚਲੋ ਇੱਕ ਸਿਲੰਡਰ ਦਿੱਤਾ, ਦੂਜਾ ਸਿਲੰਡਰ ਤਾਂ 850 ਦਾ ਹੀ ਆ ਰਿਹਾ ਨਾ। ਸੁਣੋ ਜੀ ਸੁਣੋ, ਇਹਨਾਂ ਨੇ ਪਹਿਲਾਂ ਇਹਨਾਂ ਨੇ ਕੀਤਾ ਜੀ ਸਿਲੰਡਰ ਫ੍ਰੀ ਕਰਕੇ, ਕਹਿੰਦੇ ਜੀ ਪਹਿਲਾਂ ਸਬਸਿਡੀ ਜਿਵੇਂ ਕੱਟ ਕੇ ਆਪਾਂ ਸਿਲੰਡਰ ਭਰਾਉਂਦੇ ਸੀ ਤੇ ਕੈਸ਼ ਪੈਸੇ ਉਹਨਾਂ ਦੇ ਸਬਸਿਡੀ ਪਹਿਲਾਂ ਹੀ ਮਿਲ ਜਾਂਦੀ ਸੀ। ਇਹਨਾਂ ਨੇ ਕਰਿਆ ਜੀ ਅਸੀਂ ਬੈਂਕਾਂ ਦੇ ਵਿੱਚ ਜਿਹੜੀ ਤੁਸੀਂ ਸਿਲੰਡਰ ਦੇ ਪੂਰੇ ਪੈਸੇ ਦਿਓ ਤੇ ਜਿਹੜੀ ਸਬਸਿਡੀ ਤੁਹਾਡੀ ਬੈਂਕਾਂ ਦੇ ਅਕਾਊਂਟ ਦੇ ਵਿੱਚ ਆਏਗੀ, ਠੀਕ ਹੈ ਜੀ। ਇਹਨਾਂ ਨੇ ਹੌਲੀ ਹੌਲੀ ਕਰਕੇ ਚਲੋ ਆ ਬਣਾ ਲਿਆ, ਲੋਕੀ ਆਦੀ ਹੋ ਗਏ ਚੀਜ਼ ਦੇ, ਚਲੋ ਸਾਡੀ ਕੋਈ ਨਾ ਅਕਾਊਂਟਾਂ ਜਾਣ ਲੱਗ ਗਈ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਸਿਲੰਡਰ ਸਾਰੇ ਫ੍ਰੀ ਦੇਤੇ ਵੀ ਇਹਨਾਂ ਨੇ ਇੱਕ ਲੋਕਾਂ ਨੂੰ ਐਸਾ ਮਜਬੂਰ ਕਰਤਾ ਵੀ ਲੋਕਾਂ ਨੂੰ ਸਿਲੰਡਰ ਭਰਾਣੇ ਵਿੱਚ ਸਬਸਿਡੀ ਸਾਰੇ ਬੰਦ ਕਰਤੀ। ਸਿਲੰਡਰ ਦਾ ਰੇਟ ਦੇਖੋ 900,000 ਰੁਪਏ ਦੇ ਕਰੀਬ ਪਹੁੰਚ ਗਿਆ। ਇਹ ਚੀਜ਼ਾਂ ਕਿ ਸਿਲੰਡਰ ਫ੍ਰੀ ਕਰਤਾ ਤੁਸੀਂ, ਕੋਈ ਗੱਲ ਨਹੀਂ, 2 ਵਾਰ ਸਿਲੰਡਰ ਪਿਆ, ਸਿਲੰਡਰ ਦੇ ਪੈਸੇ ਨਿਕਲ ਜਾਂਦੇ, ਉਹ ਗਰੀਬ ਦੇ ਵਿਚਾਰੇ ਮਰਦੇ ਪੈਣੇ। ਜਿਸ ਨੂੰ ਸਬਸਿਡੀ ਮਿਲੀ, ਸਬਸਿਡੀ ਬੰਦ ਕਰਤੀ, ਸਿਲੰਡਰ ਹਰ ਕਿਤੇ ਘਰ ਹੋਗਾ, ਸਿਲੰਡਰ ਹਰ ਨੂੰ ਭਰਾਣਾ ਪਊਗਾ ਤੇ ਸਬਸਿਡੀ ਹੈ ਨਹੀਂਗੀ, ਤੇ ਉਹ ਚੀਜ਼ ਦੀ ਗੱਲ ਵੀ ਕਰੋ ਨਾਲ। ਬਿਲਕੁਲ, ਇਹ ਤਾਂ ਵਾਜਬ ਪੁਆਇੰਟ ਹੈ ਨਾ ਸਰ। ਅਕਾਲੀ ਦਲ ਦਾ ਕੰਮ ਹੈ ਬੋਲਣਾ, ਠੀਕ ਹੈ। ਉਹਨਾਂ ਨੇ ਅੱਜ ਤੱਕ ਇੰਨੇ ਸਾਲ ਹੋ ਗਏ ਪੰਜਾਬ ਲਈ ਕੁਝ ਨਹੀਂ ਕੀਤਾ, ਨਾ ਆਉਣ ਵਾਲੇ ਟਾਈਮ 'ਚ ਕਰਨਗੇ। ਹੁਣ ਇਹ ਬੀਜੇਪੀ ਨੇ ਪੰਜਾਬ ਲਈ ਕੀ ਕੀਤਾ? ਬੀਜੇਪੀ ਨੇ ਪੰਜਾਬ ਲਈ ਕੀ? ਸਰ ਸਾਡੇ ਪੇਪਰ ਹੀ ਪਹਿਲੀ ਵਾਰ ਹੋ ਰਹੇ ਨੇ ਇਸ ਵਾਰ। ਸਾਡੇ ਤਾਂ ਪੇਪਰ ਹੀ ਪਹਿਲੀ ਵਾਰ ਹੋ ਰਹੇ ਨੇ ਇਸ ਵਾਰ। ਤੁਹਾਨੂੰ ਇਸ ਵਾਰ ਪੇਪਰ ਦਾ ਨਤੀਜਾ ਦੇਖਿਓ, 2022 ਦੇ ਵਿੱਚ ਪੰਜਾਬ 'ਚ ਬਹੁਮਤ ਨਾਲ ਸਰਕਾਰ ਬਣੇਗੀ ਬੀਜੇਪੀ ਦੀ। ਕਹਿੰਦੇ ਪੇਪਰ ਪਹਿਲੀ ਵਾਰੀ ਹੋ ਰਹੇ ਨੇ। ਬੀਜੇਪੀ ਵਾਲੇ ਵਰੁਣ ਜੀ ਕਹਿ ਰਹੇ ਨੇ ਕਿ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਪੰਜਾਬ ਲਈ। 10 ਸਾਲ ਇਹੀ ਉਹਨਾਂ ਦੇ ਸਾਥੀ ਰਹੇ ਨੇ, ਇਹਨਾਂ ਨੇ ਸੱਤਾ ਦਾ ਸੁੱਖ ਭੋਗਿਆ, ਇਹਨਾਂ ਨਾਲ ਬਹਿ ਕੇ ਨਜ਼ਾਰੇ ਲੈ ਲਏ, ਮਲਾਈਆਂ ਖਾਧੀਆਂ ਨੇ। ਹੁਣ ਇਹ ਆਪ ਕਹਿ ਰਹੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ, ਤੇ ਇਹਦਾ ਮਤਲਬ ਇਹ ਕਿਉਂ ਬੈਠੇ ਸੀ ਉਹਨਾਂ ਨਾਲ, ਕਿਉਂ ਉਹਨਾਂ ਦਾ ਸਾਥ ਦੇ ਰਹੇ ਸੀ? 97 ਤੋਂ 2002 ਤੱਕ ਬੈਠੇ ਰਹੇ, 2007 ਤੋਂ ਲੈ ਕੇ 2017 ਤੱਕ ਬੈਠੇ ਰਹੇ। ਹੁਣ ਇਹ ਆਪ ਮੰਨ ਰਹੇ ਨੇ ਅਕਾਲੀ ਦਲ ਨੇ ਕੁਝ ਨਹੀਂ ਕੀਤਾ, ਠੀਕ ਹੈ ਨਾ। ਇਹਦਾ ਮਤਲਬ ਸਾਡੇ ਦਾਅਵਿਆਂ 'ਚ ਸੱਚਾਈ ਹੈ ਕਿ ਅਕਾਲੀ ਦਲ ਨੇ ਕੁਝ ਨਹੀਂ ਕੀਤਾ, ਇਹਨਾਂ ਦਾ ਕੁਝ ਕੀਤਾ ਨਹੀਂ। ਆਪ ਹੀ ਮੰਨਣ ਲੱਗੇ ਕਿ ਅਸੀਂ ਕੁਝ ਨਹੀਂ ਕੀਤਾ। 15 ਸਾਲ ਬੀਜੇਪੀ ਨਾਲ ਇਹ ਲੋਕ ਸਰਕਾਰ 'ਚ ਰਹੇ ਨੇ, ਇਹਨਾਂ ਨੇ ਕੁਝ ਨਹੀਂ ਕੀਤਾ। ਬਾਕੀ ਗੱਲ ਕਰਦੇ ਨੇ ਸਿਲੰਡਰ ਤੇ 9 ਰੁਪਏ ਦੀ ਸਬਸਿਡੀ ਆਉਂਦੀ ਹੈ ਸਰ। ਜਦ ਮਨਮੋਹਨ ਸਿੰਘ ਜੀ ਗਏ ਸੀ 408 ਰੁਪਏ ਦਾ ਸਿਲੰਡਰ ਸੀ, ਹੁਣ 830 ਰੁਪਏ ਦਾ ਕੱਲ ਹੀ ਮੇਰੇ ਘਰ ਆਇਆ ਜੀ। ਤਾਂ ਮਨਮੋਹਨ ਸਿੰਘ ਜੀ ਵੇਲੇ ਵੀ ਘਰ ਸਿਲੰਡਰ ਆਉਂਦਾ ਸੀ। ਇਹ ਨਾ ਕਹਿਣ ਇਹ ਕਿ ਘਰ ਸਿਲੰਡਰ ਨਹੀਂ ਆਉਂਦਾ ਸੀ, ਉਦੋਂ ਵੀ ਆਉਂਦਾ ਸੀ ਤੇ ਅੱਜ ਵੀ ਆਉਂਦਾ ਹੈਗਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਦੱਸਣ ਨਾ, ਇਹ ਦੇਸ਼ ਨੂੰ ਕਹਿੰਦੇ ਜੀ ਅਸੀਂ ਵਿਕਾਸ ਲਈ ਲੈ ਕੇ ਜਾ ਰਹੇ ਹਾਂ, ਦੇਸ਼ ਉਚਾਈਆਂ ਵੱਲ ਜਾ ਰਿਹਾ ਜੀ, ਬਦਨਾਮੀ ਹੋ ਰਹੀ ਹੈ ਜੀ।
ਇਹਨਾਂ ਨੂੰ ਪਹਿਲਾਂ ਸਾਡੇ ਵਾਸਤੇ ਤਾਂ ਕੋਵਿਡ ਵੈਕਸੀਨ ਪੂਰੀ ਨਹੀਂ ਹੋਈ, ਬਾਹਰਲੇ ਮੁਲਕਾਂ ਨੂੰ ਸਪਲਾਈ ਕਰਨ ਦੀ ਕੀ ਲੋੜ ਪਈ ਸੀ? ਕਿਉਂ ਇਹਨਾਂ ਨੇ ਬਾਹਰਲੇ ਮੁਲਕਾਂ 'ਚ ਸਪਲਾਈ ਕੀਤੀ ਹੈ? ਕਿ ਸਾਡੀ ਨੱਕ ਉੱਚੀ ਹੋਏ, ਸਾਡਾ ਝੰਡਾ ਉੱਚਾ ਹੋਏ ਕਿ ਬੀਜੇਪੀ ਦੇ ਲੋਕਾਂ ਨੂੰ ਕੋਵਾ ਵੈਕਸੀਨ ਸਪਲਾਈ ਕਰ ਰਹੀ ਹੈ। ਇਹਨਾਂ ਨੇ ਸ੍ਰੀ ਰਾਮ ਦੇ ਵਿੱਚ ਬਣਾਉਣੀ ਸ਼ੁਰੂ ਕੀਤੀ ਹੈ ਕੋਵਾ ਵੈਕਸੀਨ। ਉਹ ਬੰਦਾ ਆਪ ਲੰਡਨ ਜਾ ਕੇ ਬਹਿ ਗਿਆ, ਕੀ ਪਤਾ ਕੀ ਗੱਲ, ਉਹ ਦਵਾਈ ਠੀਕ ਨਹੀਂ ਹੈ, ਕਿਉਂ ਜਾ ਕੇ ਬਾਹਰ ਬਹਿ ਗਿਆ? ਉਹ ਕਹਿੰਦਾ ਮੁੱਖ ਮੰਤਰੀ ਧਮਕੀ ਦੇ ਰਹੇ ਨੇ ਮੈਨੂੰ ਬੈਠੇ। ਕਿਹੜੇ ਮੁੱਖ ਮੰਤਰੀ ਆ ਉਹਨੂੰ ਦੱਸਣਾ ਚਾਹੀਦਾ ਉਸ ਬੰਦੇ ਨੂੰ। ਕਿਉਂ ਸਰਕਾਰ ਉਹਦੀ ਰੱਖਿਆ ਨਹੀਂ ਕਰ ਸਕੀ? ਕਦੀ ਮੋਦੀ ਨੀਰਵ ਭੱਜ ਜਾਂਦਾ, ਕਦੀ ਮਾਲਿਆ ਭੱਜ ਜਾਂਦਾ, ਹੁਣ ਸ੍ਰੀ ਰਾਮ ਭੱਜ ਗਿਆ। ਯਾਰ ਇਹ ਬੰਦੇ ਨਹੀਂ ਰੋਕ ਸਕਦੇ ਦੇਸ਼ 'ਚ, ਹੋਰ ਕੀ ਕਰਨਗੇ? ਸਰਕਾਰ ਕਿਹੜੇ ਪਾਸੇ ਗਰੀਬ ਗੁਰਬੇ ਨਾਲ ਖੜੀ ਹੈ ਸਰਕਾਰ? ਇਹ ਅਮੀਰਾਂ ਦੀ ਸਰਕਾਰ ਹੈ, ਬਿਜ਼ਨਸਮੈਨਾਂ ਦੀ ਸਰਕਾਰ ਹੈ। ਇਹ ਦੇਸ਼ ਦਾ ਭਲਾ ਨਹੀਂ ਕਰ ਸਕਦੀ। ਇਹਨੂੰ ਚੱਲਦਾ ਕਰੋ। ਔਰ ਅੱਜ ਹੀ ਦਾ ਸ਼ੰਖਨਾਦ ਪੱਛਮੀ ਬੰਗਾਲ ਤੋਂ ਹੋ ਗਿਆ ਕਿ ਮੋਦੀ ਸਾਹਿਬ ਹੁਣ ਜਲਦੀ ਵਿਦਾਈ ਲੈਣ ਜਾ ਰਹੇ ਨੇ। ਤੇ ਉਹ 80 ਸੀਟਾਂ ਤੇ ਆ ਗਈ, 83 ਤੋਂ ਵੀ, ਤੇ TMC ਜਿਹੜੀ ਆ 208 ਸੀਟਾਂ ਤੇ ਵੱਧ ਗਈ ਹੈ। ਫੈਕਟਰਸ ਕੀ ਲੱਗਦਾ ਜਿਹੜੀ ਇਹ ਰੁਝਾਨਾਂ 'ਚ, ਚਲੋ ਤੁਸੀਂ ਕਹਿੰਦੇ ਹੋ ਕਿ ਰੁਝਾਨ ਨੇ, ਤੁਹਾਨੂੰ ਉਮੀਦ ਹੈ ਕਿ ਅਸੀਂ ਜਿੱਤਾਂਗੇ, ਰੁਝਾਨਾਂ 'ਚ ਜਿਹੜੀ ਇੰਨੀ ਗਿਰਾਵਟ ਆ ਰਹੀ ਹੈ, ਲੋਕਾਂ ਦੇ ਫੈਕਟਰਸ ਕੀ ਰਹੇ ਨੇ ਤੁਹਾਡਾ ਐਤਕੀ? ਜੋ ਧਰਮ ਦਾ ਕਾਰਡ ਹੁੰਦਾ, ਹਿੰਦੂ ਕਾਰਡ, ਉਹ ਨਹੀਂ ਚੱਲਿਆ ਉੱਥੇ। ਸਰ ਪਹਿਲੀ ਗੱਲ ਤਾਂ ਧਰਮ ਦੇ ਕਾਰਡ ਦੀ ਗੱਲ ਨਾ ਕਰੋ। ਤੁਸੀਂ ਕਹਿੰਦੇ ਕਾਰਡ ਨਹੀਂ ਚੱਲਿਆ, ਕੁਝ ਵੀ ਗੱਲ ਕਰਦੇ ਹੋ, ਤਾਂ ਤੁਸੀਂ ਦੇਖੋ 3 ਤੋਂ 100 ਸੀਟਾਂ ਤੱਕ ਤਾਂ ਅਸੀਂ ਪਹੁੰਚ ਗਏ ਹਾਂ ਜੀ। ਠੀਕ ਹੈ, ਜਿਵੇਂ ਹੁਣ ਰੁਝਾਨ ਹੋਰ ਵਧਣਗੇ ਉਹਦੇ ਨਾਲ ਸਾਡੀ ਸੀਟਾਂ ਵੀ ਵੱਧਦੀਆਂ ਜਾਣਗੀਆਂ। ਤੇ ਇਹ ਪਹਿਲਾਂ ਕਹਿੰਦੇ ਸੀ ਜੀ ਪ੍ਰਧਾਨ ਮੰਤਰੀ ਜੀ ਵਿਦੇਸ਼ੀ ਦੌਰਾ ਕਰ ਰਹੇ ਨੇ, ਕਿਉਂ ਕਰ ਰਹੇ ਨੇ? ਉਹ ਅੱਜ ਪਤਾ ਚੱਲਦਾ ਕਿ ਵਿਦੇਸ਼ ਦੇ ਲੋਕ ਕਿਵੇਂ ਹੈਲਪ ਕਰ ਰਹੇ ਨੇ ਆਪਣੇ ਇੰਡੀਆ ਦੀ। ਪਹਿਲਾਂ ਇੱਕ ਗਰੀਬ ਦੇਸ਼ ਸਮਝਿਆ ਜਾਂਦਾ ਸੀ ਭਾਰਤ ਨੂੰ, ਪਰ ਇੱਕ ਜੇ ਪਹਿਲਾਂ ਮੋਦੀ ਜੀ ਨੇ ਉਹਨਾਂ ਦੀ ਹੈਲਪ ਕਰੀ ਤਾਂ ਦੂਜੇ ਦੇਸ਼ਾਂ ਨੇ ਸਾਡੀ ਹੈਲਪ ਕਰੀ ਹੈ। ਕਿਸੇ ਨੇ ਕੋਈ ਆਪਣੇ ਤੇ ਅਹਿਸਾਨ ਨਹੀਂ ਕਰਿਆ, ਪਹਿਲਾਂ ਮੋਦੀ ਜੀ ਨੇ ਉਹਨਾਂ ਲਈ ਕੁਝ ਦਿੱਤਾ। ਬੰਗਾਲ ਦੇ ਇਲੈਕਸ਼ਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਜੀ ਬੰਗਲਾਦੇਸ਼ ਗਏ ਸੀਗੇ ਤੇ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਰਿਹਾ। ਉਹਨਾਂ ਨੇ ਜੇਲ੍ਹਾਂ ਕੱਟੀਆਂ। ਤੁਹਾਨੂੰ ਕੋਈ ਜਾਣਕਾਰੀ ਹੈ ਕਿ ਕਿਹੜੀ ਜੇਲ੍ਹ 'ਚ ਸੀਗੇ, ਜ਼ਮਾਨਤ ਤੇ ਛੁੱਟੇ ਸੀਗੇ ਕਿ ਕਿਸ ਤਰ੍ਹਾਂ? ਨਹੀਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ। ਤੁਸੀਂ ਮਤਲਬ ਪ੍ਰਧਾਨ ਮੰਤਰੀ ਨਾਲ ਸਿੱਧਾ ਸਵਾਲ ਕਰ ਸਕਦੇ ਹੋ ਕਿ ਸਾਨੂੰ ਵੀ ਜਾਣਕਾਰੀ ਦਿਓ? ਲੋਕ ਸਾਡੇ ਤੋਂ ਪੁੱਛਦੇ ਨੇ ਕਿ ਤੁਸੀਂ ਕਿਸ ਜੇਲ੍ਹ ਦੇ ਵਿੱਚ? ਅਗਰ ਉਹ ਪਟਿਆਲੇ ਆਣਗੇ ਅਸੀਂ ਜ਼ਰੂਰ ਪੁੱਛਾਂਗੇ ਜੀ। ਅੱਛਾ, ਤੁਸੀਂ ਉਹਨਾਂ ਕੋਲ ਦਿੱਲੀ ਨਹੀਂ ਜਾ ਸਕਦੇ? ਨਹੀਂ, ਅਸੀਂ ਪਟਿਆਲੇ ਉਹਨਾਂ ਨੂੰ ਬੁਲਾਵਾਂਗੇ। ਸਾਡੇ ਹੁਣ ਪੰਜਾਬ ਦੇ ਇਲੈਕਸ਼ਨ ਆਉਣ ਵਾਲੇ ਆ। ਅੱਜ ਤੋਂ ਸਾਡਾ ਪੰਜਾਬ ਦਾ ਸ਼ੰਖਨਾਦ ਹੋ ਚੁੱਕਿਆ ਹੈ। ਸਾਰੀ ਲੀਡਰਸ਼ਿਪ ਉਰੇ ਆਊਗੀ ਤੇ ਪੰਜਾਬ ਦੇ ਵਿੱਚ 2022 ਦੇ ਵਿੱਚ ਸਾਡੀ ਬਹੁਮਤ ਨਾਲ ਸਰਕਾਰ 100% ਬਣੂਗੀ। ਪਹਿਲਾਂ ਹਜੇ ਆਪਾਂ ਬੰਗਾਲ ਦੀ ਗੱਲ ਕਰੀਏ, ਪੰਜਾਬ ਦੇ ਤਾਂ ਫਿਰ ਹਜੇ 6-7 ਮਹੀਨੇ ਪਏ ਨੇ। ਤੇ ਫੈਕਟਰਸ ਤੁਹਾਨੂੰ ਲੱਗਦਾ ਕਿ ਮਹਿੰਗਾਈ ਦੇ ਫੈਕਟਰਸ ਤੁਹਾਨੂੰ ਮਾਰੀ ਹੈ ਉੱਥੇ ਬੰਗਾਲ ਦੇ ਵਿੱਚ? ਜੇ ਅਗਰ ਮਹਿੰਗਾਈ ਦਾ ਫੈਕਟਰ ਮਾਰਿਆ ਹੁੰਦਾ ਤਾਂ 3 ਤੋਂ ਅਸੀਂ 100 ਤੇ ਕਿਵੇਂ ਪਹੁੰਚ ਜਾਂਦੇ ਜੀ? ਇੱਕ 3 ਤੋਂ ਕਿ ਦੇਸ਼ ਦੇ ਵਿੱਚ ਮਹਿੰਗਾਈ ਹੈਗੀ ਹੈ? ਨਹੀਂ, ਕੋਈ ਮਹਿੰਗਾਈ ਨਹੀਂ ਹੈ ਜੀ। 3 ਤੋਂ ਪੈਟਰੋਲ ਕਿੰਨੀ ਕੁ ਦੇਰ ਹੋ ਗਈ ਪਾਏ ਨੂੰ ਗੱਡੀ 'ਚ? ਪੈਟਰੋਲ ਪਵਾ ਕੇ ਆਏ ਜੀ, ਹੁਣ ਵੀ ਗੱਡੀ 'ਚ ਕਿੰਨੇ ਰੁਪਏ ਲੀਟਰ ਪਵਾ ਕੇ ਆਏ? 90-92 ਰੁਪਏ ਲੀਟਰ ਹੈ ਜੀ। ਤੇ ਤੁਹਾਨੂੰ ਲੱਗਦਾ ਕਿ ਮਹਿੰਗਾਈ ਹੈ ਨਹੀਂ? ਨਹੀਂ, ਠੀਕ ਹੈ ਜੀ, ਆਪਾਂ ਨੂੰ ਫੈਸਿਲਿਟੀਜ਼ ਵੀ ਮਿਲ ਰਹੀਆਂ। ਤੁਸੀਂ ਦੇਖੋ ਫੈਸਿਲਿਟੀ ਮਿਲੀ। ਇਹ ਦੇਖੋ ਜੀ, ਅੱਜ ਦੇਸ਼ ਦੇ 92 ਰੁਪਏ ਲੀਟਰ ਠੀਕ ਆ, 92 ਰੁਪਏ ਲੀਟਰ ਠੀਕ ਹੈ। ਜਦੋਂ ਕਾਂਗਰਸ ਦੇ ਜਦੋਂ ਯੂਪੀਏ ਦੇ ਟਾਈਮ ਦੇ ਵਿੱਚ 70 ਰੁਪਏ ਹੋਇਆ ਸੀ ਤਾਂ ਉਦੋਂ ਤੁਸੀਂ ਅੰਦੋਲਨ ਕੀਤੇ ਸੀਗੇ, ਤਾਂ ਅੱਜ ਤੁਸੀਂ ਕਹਿੰਦੇ ਹੋ 92 ਰੁਪਏ ਲੀਟਰ ਤੇਲ ਠੀਕ ਹੈ, ਕੋਈ ਮਹਿੰਗਾ ਨਹੀਂ ਹੈਗਾ। ਤੁਸੀਂ ਦੇਸ਼ ਦੀ ਜਿਹੜੀ ਮਰਜ਼ੀ ਸੜਕ ਤੇ ਚਲੇ ਜਾਓ, ਠੀਕ ਹੈ। ਤੇਲ ਦੀ ਗੱਲ, ਉਹ ਸੜਕ ਤੇ ਜਾਣ ਲਈ ਤੇਲ ਪਾਉਣਾ ਪੈਣਾ ਨਾ ਸਰ। ਅੱਛਾ, ਐਵਰੇਜ ਘਟ ਜਾਂਦੀ ਹੈ, ਠੀਕ ਹੈ। ਘਟ ਜਾਂਦੀ ਹੈ, ਸੜਕਾਂ ਅੱਛੀਆਂ ਹੋਣਗੀਆਂ ਉਹਨੇ ਤੇ ਤੁਹਾਡਾ ਤੇਲ ਘੱਟ ਲੱਗੂਗਾ। ਇਹ ਤਾਂ ਗੱਲ ਕਮਾਉਣ ਦੀ ਹੈ, ਜਿੱਧਰ ਮਰਜ਼ੀ ਨੂੰ ਕਮਾਈ ਜਾਓ। ਅੱਛਾ, ਮਤਲਬ ਉਹ ਸੜਕਾਂ ਠੀਕ ਕਰਤੀਆਂ ਤਾਂ ਉਧਰੋਂ ਤੇਲ ਵਧਾ ਦਿਓ। ਹਾਂ, ਠੀਕ ਹੈ ਸਰ। ਕੁਝ ਅਗਰ ਆਪਾਂ ਨੂੰ ਫੈਸਿਲਿਟੀਜ਼ ਸੜਕਾਂ ਤੇ ਫਿਰ ਜਿਹੜੀਆਂ ਤੁਸੀਂ ਵਧੀਆ ਸੜਕਾਂ ਕਹਿ ਰਹੇ ਹੋ ਉੱਥੇ ਫਿਰ ਟੋਲ ਟੈਕਸ ਵੀ ਬਹੁਤ ਲੱਗਦੇ ਆ ਨਾ। ਫਿਰ ਤੁਸੀਂ ਇੱਕ ਪਾਸੇ ਮਾਰੋ ਨਾ, ਫਿਰ ਤੇਲ ਵਧਾ ਲਓ ਜਾਂ ਟੋਲ ਟੈਕਸ ਲਾ ਲਓ। ਸਰਵਿਸਿਜ਼ ਅੱਜ ਕੱਲ ਹਰ ਚੀਜ਼ ਬੰਦ, ਹਰ ਚੀਜ਼ ਸਰਵਿਸ ਚਾਹੀਦਾ। ਹੁਣ ਤੁਸੀਂ ਉਰੇ ਸਟੂਡੀਓ ਸਰਵਿਸ ਦੇ ਨਾਮ ਤੇ ਜਿੰਨੇ ਮਰਜ਼ੀ ਪੈਸੇ ਵਧਾਈ ਜਾਓ। ਸਟੂਡੀਓ 'ਚ ਖੜੇ ਹੋ ਰਹੇ ਸਰ, ਏਸੀ ਵੀ ਲੱਗਿਆ ਹੋਇਆ, ਕੈਮਰੇ ਵੀ ਲੱਗੇ ਹੋਏ ਆ, ਸਭ ਕੁਝ ਲੱਗਿਆ ਹੋਇਆ। ਇਹ ਤਾਂ ਸਰਵਿਸਿਜ਼ ਤੁਸੀਂ ਦੋਗੇ, ਉਮੀ ਸਰਵਿਸਿਜ਼ ਮਿਲਣਗੀਆਂ ਜੀ। ਤਾਂ ਮਤਲਬ ਸਰਵਿਸ ਤੁਸੀਂ ਅੱਛੀਆਂ ਦੋਗੇ, ਪਰ ਅਸੀਂ ਮਹਿੰਗਾਈ ਤੇ ਨਹੀਂ, ਅਸੀਂ ਪ੍ਰਾਈਸ ਜਿੰਨੇ ਵਧੇ ਉਹਦੀ ਜਾਣ। ਸਰ ਉਹ ਤਾਂ ਕਿਤੇ ਨਾ ਕਿਤੇ ਐਡਜਸਟਮੈਂਟ ਕਰਨੀ ਪਊਗੀ। ਅੱਛਾ, ਮਤਲਬ ਲੋਕ ਕਰਨ, ਗਰੀਬ ਬੰਦੇ ਕਰਨ ਐਡਜਸਟ। ਸਰ ਗਰੀਬ ਬੰਦਾ ਸੜਕਾਂ ਦਾ ਫਾਇਦਾ ਵੀ ਚੱਕ ਰਿਹਾ। ਇਹ ਕਿਹੜਾ ਕੋਈ ਅਸੀਂ ਕੋਈ ਇੱਕ ਬੰਦੇ ਲਈ ਕਰ ਰਹੇ ਹਾਂ? ਸਾਰੇ ਧਰਮ ਸਮੀਕਰਨ ਬਣੇ ਕੀ ਹੋਏ ਨੇ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਜਿਹੜੇ ਬੈਰਲ ਕੱਚੇ ਤੇਲ ਦੀ ਕੀਮਤ ਆ ਪਰ ਬੈਰਲ ਉਹ ਘੱਟ ਹੈ, ਤੇ ਪਰ ਇੱਥੇ ਜਦੋਂ ਰਿਫਾਈਨ ਹੋ ਕੇ ਆਉਂਦਾ ਕਿਉਂ ਕੇਂਦਰ 70% ਟੈਕਸ ਉੱਤੇ ਲੈ ਰਿਹਾ? ਸਰ ਸਾਰੀ ਜਿਹੜੀ ਆਪਣੀਆਂ ਸਰਕਾਰਾਂ ਨੇ, ਪੰਜਾਬ ਦੀ ਸਰਕਾਰ ਹੈ ਉਹ ਆਪਣਾ ਅਲੱਗ ਟੈਕਸ ਲਾ ਰਹੀ ਹੈ, ਉਹ ਛੱਡ ਦੇਣ, ਸਰਕਾਰਾਂ ਛੱਡ ਦੇਣ ਪੰਜਾਬ ਦੇ ਵਿੱਚ। ਸਭ ਤੋਂ ਵੱਧ ਤਾਂ ਸ਼ੇਅਰ ਕੇਂਦਰ ਦਾ ਹੈ ਨਾ, 70% ਸ਼ੇਅਰ ਕੇਂਦਰ ਦਾ ਹੈ। ਕੇਂਦਰ ਕਿਉਂ ਨਹੀਂ 70 ਤੋਂ 50 ਤੇ ਕਿਉਂ ਨਹੀਂ ਆਉਂਦਾ? ਸਾਰੇ ਰਾਜਾਂ ਦੇ ਵਿੱਚ ਛੂਟ ਦਿੱਤੀ ਹੈ, ਜਿਹਨੇ ਸਰਕਾਰ ਨੇ ਛੱਡਣਾ ਆਪਣਾ ਛੱਡ ਦੇਣ, ਉਰੇ ਸਸਤਾ ਹੋ ਜਾਊਗਾ। ਪੰਜਾਬ ਵਾਲਿਆਂ ਨੂੰ ਕਹਿੰਦੇ ਆ ਦਿੱਲੀ ਆਮ ਆਦਮੀ ਪਾਰਟੀ ਲੜ ਛੱਡ ਦੇਣ। ਸੈਂਟਰ ਵੀ ਤਾਂ ਛੱਡੇ ਨਾ। ਅਗਰ ਰਾਜਾ ਕਹਿੰਦੇ ਅਸੀਂ ਸਰ ਸੈਂਟਰ ਛੱਡੇ ਤਾਂ ਅਸੀਂ ਵੀ ਛੱਡ ਦਿੰਦੇ। ਸਰਕਾਰ ਨੇ ਤਾਂ ਆਪਣੇ ਵੱਲੋਂ ਛੂਟ ਦਿੱਤੀ ਹੋਈ ਹੈ ਨਾ, ਹੁਣ ਇਹ ਤਾਂ ਸਰਕਾਰਾਂ ਦੀ ਮਰਜ਼ੀ ਹੈ, ਛੱਡਣਾ ਨਹੀਂ ਹੈ। ਹੁਣ ਪੰਜਾਬ ਲਾ ਲਓ ਚਾਹੇ ਦਿੱਲੀ ਲਾ ਲਓ, ਕੇਂਦਰ ਨੇ ਕੀ ਛੋਟ ਦਿੱਤੀ ਹੈ? ਕੇਂਦਰ ਨੇ ਇਹੀ ਛੂਟ ਦਿੱਤੀ ਹੈ ਕਿ ਰਾਜਾਂ ਦਾ ਨੁਕਸਾਨ ਹੋਇਆ ਨਾ, ਰਾਜਾਂ ਦਾ ਨੁਕਸਾਨ ਹੋਇਆ, ਜੋ ਰਾਜਾਂ ਦਾ ਟੈਕਸ ਉਹ ਚ ਹੋਇਆ। ਕੇਂਦਰ ਨੇ ਕੀ ਨੁਕਸਾਨ ਝੱਲਿਆ? ਸਰ ਰਾਜ ਸਰਕਾਰ ਨੇ ਹੀ, ਤੁਸੀਂ ਕੇਂਦਰ ਸਰਕਾਰ ਨੇ ਇਹ ਛੂਟ ਦਿੱਤੀ ਹੈ ਕਿ ਜਿਹਨੇ ਛੱਡਣਾ ਛੱਡ ਦੇਣ। ਜੇ ਕਿਸੇ ਚ ਉਹ ਹੈਗਾ ਗੱਲਬਾਤ ਹੈਗੀ ਤਾਂ ਆਪਣਾ ਛੱਡ ਦੇਗਾ, ਔਰ ਆਪਣੇ ਆਪ ਸਸਤਾ ਹੋ ਜਾਊਗਾ ਤੇਲ।
ਆਪਣਾ 90 ਤੋਂ 85 90 ਤੋਂ 75 ਸਟੇਟਸ ਕਰਨ ਸੈਂਟਰ ਨਹੀਂ ਕੁਝ ਕਰ ਸਕਦਾ। ਸੈਂਟਰ ਨੇ ਆਪਣੇ ਵੱਲੋਂ ਸੈਂਟਰ ਬਹੁਤ ਕੁਝ ਕਰ ਰਿਹਾ ਜੀ। ਕੀਤਾ? ਆਯੁਸ਼ਮਾਨ ਤੁਸੀਂ ਦੇਖ ਲਓ 5 ਲੱਖ ਦਾ ਬੀਮਾ ਅੱਜ ਤੱਕ ਕਿਸੇ ਦਾ ਹੋਇਆ ਦੱਸੋ? ਕਿਸ ਦਾ ਹੋਇਆ? ਇਹ ਪੁੱਛ ਰਹੇ ਹੋ ਦੱਸ ਰਹੇ ਹੋ, ਪੁੱਛ ਰਹੇ ਹੋ ਦੱਸ ਰਹੇ ਗਰੀਬ ਬੰਦੇ ਦਾ ਜੀ, ਗਰੀਬ ਬੰਦੇ ਦਾ ਜਿਹੜੇ ਨੀਲਾ ਧਾਰਕ ਕਾਰਡ ਨੇ ਹਰ ਬੰਦੇ ਦਾ 5 ਲੱਖ ਦਾ ਬੀਮਾ ਹੋਇਆ। ਤੁਸੀਂ ਜਾ ਕੇ ਪੁੱਛੋ ਤਾਂ ਸੀ ਹਸਪੀਟਲਾਂ ਦੇ ਵਿੱਚ ਹੁਣ ਕਰੋਨਾ ਟਾਈਮ ਦੇ ਵਿੱਚ ਕਿੰਨਾ ਕੰਮ ਆ ਰਿਹਾ ਆਯੁਸ਼ਮਾਨ ਕਾਰਡ। ਇੱਕ ਵਾਰ ਤੁਸੀਂ ਜਾਓ ਤਾਂ ਸਹੀ, ਤੁਹਾਨੂੰ ਪਤਾ ਚੱਲੂਗਾ ਕਿੰਨਾ। ਜੀ 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 ਚਲੋ ਚਲੋ ਆਗੇ ਤੁਹਾਡੇ ਕੋਲ ਆਯੁਸ਼ਮਾਨ ਦੀ ਗੱਲ ਐਵੇਂ ਹੈ ਕਿ ਮੇਰੇ ਆਪਣੇ ਬ੍ਰਦਰ ਇਨ ਲਾ ਨੇ, ਉਹਨਾਂ ਦੇ ਫਾਦਰ ਇਨ ਲਾ ਹਸਪੀਟਲ 'ਚ ਦਾਖਲ ਸੀ। ਪਟਿਆਲੇ ਦਾ ਵੱਡਾ ਹਸਪੀਟਲ ਹੈ, ਮੈਂ ਚਲੋ ਨਾਮ ਕੀ ਲੈਣਾ ਉਸ ਹਸਪੀਟਲ ਦਾ। ਉੱਥੇ ਉਹਨਾਂ ਨੂੰ ਦਾਖਲ ਕੀਤਾ ਗਿਆ ਸੀ, ਉਹਨਾਂ ਦਾ 15 ਦਿਨ ਟ੍ਰੀਟਮੈਂਟ ਚੱਲਿਆ ਸੀ ਜੀ। ਉੱਥੇ ਵੱਡਾ ਹਸਪੀਟਲ ਹੈ, ਮੈਂ ਪਟਿਆਲੇ ਸ਼ਹਿਰ ਦਾ ਨਾਮ ਨਹੀਂ ਲੈਂਦਾ ਉਹਦਾ। ਉੱਥੇ ਜਦੋਂ ਗਏ ਤਾਂ ਮੇਰੇ ਬ੍ਰਦਰ ਇਨ ਲਾ ਮੈਨੂੰ ਕਹਿੰਦੇ ਯਾਰ ਬੰਧੂ ਸਾਹਿਬ ਯਾਰ ਇਹ ਆਯੁਸ਼ਮਾਨ ਕਾਰਡ ਨਹੀਂ ਚੱਲ ਰਿਹਾ, ਬਣਿਆ ਹੋਇਆ ਕਾਰਡ। ਮੈਂ ਕਾਰਡ ਲੈ ਕੇ ਨੀਚੇ ਜਦ ਕਾਊਂਟਰ ਤੇ ਗਿਆ, ਮੈਂ ਕਿਹਾ ਭਾਈ ਸਾਹਿਬ ਇਹ ਆਯੁਸ਼ਮਾਨ ਕਾਰਡ ਕਿਉਂ ਨਹੀਂ ਚੱਲ ਰਿਹਾ? ਮੋਦੀ ਸਾਹਿਬ ਨੇ ਦਿੱਤਾ ਤੁਹਾਨੂੰ 5 ਲੱਖ ਦਾ ਇਲਾਜ ਕਰਨ ਲਈ, ਬਿੱਲ ਉਹਨਾਂ ਦਾ ਬਣ ਰਿਹਾ। ਉਸ ਹਸਪੀਟਲ ਦੇ ਚੀਫ ਅਕਾਊਂਟੈਂਟ ਨੇ ਮੈਨੂੰ ਜਵਾਬ ਦਿੱਤਾ, ਕਹਿੰਦੇ ਬੰਧੂ ਜੀ ਸਾਡਾ 38 ਲੱਖ ਰੁਪਏ ਪੈਂਡਿੰਗ ਹੈ ਆਯੁਸ਼ਮਾਨ ਦੇ ਕਾਰਡਾਂ ਤੇ। ਕਹਿੰਦਾ ਅਸੀਂ ਹਸਪਤਾਲ 'ਚ ਚਲਾ ਰਹੇ ਹਾਂ ਕਿ ਅਸੀਂ ਉਹਦਾ ਲੰਗਰ ਖੋਲਿਆ ਹੋਇਆ, ਜੇ ਸਾਨੂੰ ਪੇਮੈਂਟ ਨਹੀਂ ਮਿਲੇਗੀ ਅਸੀਂ ਪੇਸ਼ੈਂਟ ਦਾ ਇਲਾਜ ਕਿਵੇਂ ਕਰਾਂਗੇ? ਇਸ ਕਰਕੇ ਅਸੀਂ ਐਕਸੈਪਟ ਨਹੀਂ ਕਰਦੇ ਇਹਨਾਂ ਕਾਰਡਾਂ ਨੂੰ। ਉਹ ਅੱਜ ਤੱਕ ਉਸ ਹਸਪੀਟਲ ਨੇ ਦੁਆਰਾ ਆਯੁਸ਼ਮਾਨ ਦੇ ਕਾਰਡ ਐਕਸੈਪਟ ਨਹੀਂ ਕੀਤੇ। ਕਿਹੜਾ ਦਾਵਾ ਕਰਦੇ ਨੇ 5 ਲੱਖ ਦਾ ਇਲਾਜ ਹੁੰਦਾ? ਦਿੱਲੀ ਦੇ ਸਰਕਾਰੀ ਹਸਪੀਟਲਾਂ ਦੇ ਵਿੱਚ ਇਲਾਜ ਹੁੰਦਾ ਫ੍ਰੀ ਇਲਾਜ ਹੁੰਦਾ ਸਰ। ਮੇਰੇ ਆਪਣੇ ਬ੍ਰਦਰ ਇਨ ਲਾ ਦਾ ਇਲਾਜ ਹੋਇਆ, ਉਹਨਾਂ ਦੇ ਗਲੇ ਦਾ ਆਪਰੇਸ਼ਨ ਹੋਇਆ, ਸਿਰਫ ਔਰ ਸਿਰਫ 2800 ਰੁਪਏ ਖਰਚਾ ਆਇਆ ਜੀ, ਜਦਕਿ ਜਿਹੜਾ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ 16 ਲੱਖ ਰੁਪਏ ਮੰਗਿਆ ਗਿਆ ਸੀ। ਔਰ ਅੱਜ ਉਹ ਬਿਲਕੁਲ ਤੰਦਰੁਸਤ ਔਰ ਬਾਈ ਬਰਬਾਈ ਨੇ। ਤੁਸੀਂ ਕਹਿੰਦੇ ਹੋ ਗਰੀਬਾਂ ਨੂੰ ਆਯੁਸ਼ਮਾਨ ਕਾਰਡ ਦਾ ਬਹੁਤ ਫਾਇਦਾ ਹੋ ਰਿਹਾ ਤੇ ਉਹ ਕਹਿੰਦੇ ਹਸਪਤਾਲ ਅਸੈਪਟ ਹੀ ਨਹੀਂ ਕਰਦੇ। ਪਟਿਆਲੇ ਦੇ ਵਿੱਚ 43 ਪ੍ਰਾਈਵੇਟ ਹਸਪੀਟਲ ਨੇ। ਬੰਧੂ ਜੀ ਦੀ ਜਾਣਕਾਰੀ ਲਈ ਜੇ ਕਿਸੇ ਦਾ ਕਾਰਡ ਨਹੀਂ ਚੱਲਦਾ ਉਹ ਸਾਡੇ ਨਾਲ ਸੰਪਰਕ ਕਰੇ। ਮੇਰਾ ਜੋੜਿਆ ਪੱਠੀਆਂ ਦੇ ਵਿੱਚ ਤੁਸੀਂ ਸਾਨੂੰ ਹੀ ਕਹਿ ਰਹੇ ਹੋ, ਤੁਸੀਂ ਸਾਨੂੰ ਹੀ ਕਹਿ ਰਹੇ ਹੋ। ਹੁਣ ਆਪਣੀ ਉਰੇ ਗੱਲ ਚੱਲ ਰਹੀ ਹੈ, ਤੁਸੀਂ ਸਾਨੂੰ ਹੀ ਕਹਿ ਰਹੇ ਹੋ ਨਾ ਕਿ ਸਰਕਾਰ ਦਾ ਨਹੀਂ ਚੱਲ ਰਿਹਾ ਕਾਰਡ। ਪਟਿਆਲੇ ਦੇ ਵਿੱਚ 43 ਪ੍ਰਾਈਵੇਟ ਤੇ 3 ਹਸਪੀਟਲ ਸਰਕਾਰੀ ਨੇ ਜਿਨ੍ਹਾਂ ਦੇ ਵਿੱਚ ਆਯੁਸ਼ਮਾਨ ਕਾਰਡ 100% ਚੱਲਦਾ ਹੈ। ਜੇ ਇਹਨਾਂ ਦਾ ਕੋਈ ਹੈਗਾ ਬੰਦਾ ਤਾਂ ਮੇਰੇ ਕੋਲ ਆਣ, ਮੈਂ ਇਹਨਾਂ ਦਾ ਇਲਾਜ ਕਰਵਾ ਕੇ ਦਵਾਂਗਾ। ਆਯੁਸ਼ਮਾਨ ਕਾਰਡ ਇਹ ਲੈ ਕੇ ਆਣ, ਮੈਂ ਇਲਾਜ ਕਰਵਾ ਕੇ ਦਵਾਂਗਾ ਇਹਨਾਂ ਦਾ। ਮੈਂ ਜੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ ਕਿ ਜੇ ਕਿਸੇ ਦਾ ਆਯੁਸ਼ਮਾਨ ਕਾਰਡ ਬਣਿਆ ਹੋਇਆ ਹੈ, ਜਿਹੜੇ ਹਸਪੀਟਲ ਦੇ ਵਿੱਚ ਗਏ ਆ, ਤਾਂ ਮੈਂ ਉਹਦਾ ਜ਼ਿੰਮੇਵਾਰ ਹੋਊਂਗਾ ਜੇ ਇਹਨਾਂ ਦਾ ਕਾਰਡ ਨਾ ਚੱਲਿਆ। ਜ਼ਿੰਮੇਵਾਰੀ ਲੈ ਰਹੇ ਨੇ ਪੂਰੀ? ਸਰ ਕੋਈ ਨਹੀਂ, ਚੈੱਕ ਕਰ ਲਾਂਗੇ ਕਿਸੇ ਦਿਨ, ਠੀਕ ਹੈ? ਤੁਹਾਨੂੰ ਬੁਲਾ ਲਾਂਗੇ ਉੱਥੇ ਕਿ ਆਓ ਜੀ ਨਹੀਂ ਚੱਲ ਰਿਹਾ ਕਾਰਡ, ਇਹਨਾਂ ਨੂੰ ਉੱਥੇ ਸੱਦ ਲਾਂਗੇ, ਨਾਲ ਚੈਨਲ ਨੂੰ ਆਨ 에ਅਰ ਨੂੰ ਸੱਦ ਲਾਂਗੇ। ਉੱਥੇ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਕਿ ਕਿੱਦਾਂ ਹਸਪੀਟਲ ਵਾਲੇ ਬੇਇੱਜ਼ਤੀਆਂ ਕਰਦੇ ਨੇ ਬੀਜੇਪੀ ਔਰ ਸੈਂਟਰ ਗਵਰਨਮੈਂਟ ਦੀਆਂ। ਤਾਂ ਲਗਾਤਾਰ ਇਸ ਮਹਾ ਕਵਰੇਜ ਦੇ ਵਿੱਚ ਬਣੇ ਰਵਾਂਗੇ। ਇਹ ਮਹਿਮਾਨ ਵੀ ਸਾਡੇ ਨਾਲ ਜੁੜੇ ਰਹਿਣਗੇ, ਪਰ ਉਸ ਤੋਂ ਪਹਿਲਾਂ